ਹੈਲੋ ਸਟੂਡੈਂਟਸ, ਵੈਲਕਮ ਟੂ ਨੈਕਸਟ ਕਲਾਸ। ਹਾਂਜੀ ਬੇਟਾ, ਆਪਾਂ ਨੇ ਪਹਿਲਾਂ 7 ਯੂਨਿਟ ਨੇ ਜਿਹੜੇ ਉਹ ਕੰਪਲੀਟ ਕਰ ਲਏ ਨੇ। ਉਮੀਦ ਹੈ ਤੁਸੀਂ ਆਪਣਾ ਕੰਮ ਨਾਲ ਨਾਲ ਕਰੀ ਜਾ ਰਹੇ ਹੋ ਅਤੇ ਕੰਮ ਨੂੰ ਪੈਂਡਿੰਗ ਨਹੀਂ ਰੱਖ ਰਹੇ, ਠੀਕ ਹੈ, ਕਿਉਂਕਿ ਕੰਮ ਪੈਂਡਿੰਗ ਰੱਖੋਗੇ ਤਾਂ ਉਹ ਤੁਹਾਡੇ ਲਈ ਬੋਝ ਬਣ ਜਾਊਗਾ। ਕੰਮ ਨਾਲ ਨਾਲ ਨਿਬੇੜੋ, ਵੀਡੀਓ ਨਾਲ ਨਾਲ ਦੇਖੋ ਲਗਾਤਾਰ, ਠੀਕ ਹੈ। ਨਹੀਂ ਸਮਝ ਆਉਂਦਾ ਤਾਂ ਬਾਰ-ਬਾਰ ਪੁੱਛੋ ਮੈਨੂੰ। ਅੱਜ ਸਾਡੇ ਕੋਲ ਨੈਕਸਟ ਯੂਨਿਟ ਹੈਗੀ ਹੈ ਜਿਹਦਾ ਨਾਮ ਸਾਡੇ ਕੋਲ ਹੈ ਐਟਮ ਐਂਡ ਨਿਊਕਲੀਆਈ, ਠੀਕ ਹੈ, ਐਟਮ ਐਂਡ ਨਿਊਕਲੀਆਈ। ਤਾਂ ਆਪਾਂ ਅੱਜ ਉਹਦਾ ਫਸਟ, ਇਹਦੇ 2 ਚੈਪਟਰ ਨੇ। ਪਹਿਲਾ ਹੈਗਾ ਐਟਮ, ਸੈਕਿੰਡ ਹੈਗਾ ਨਿਊਕਲੀਆਈ। ਤਾਂ ਆਪਾਂ ਅੱਜ ਐਟਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਜੋ ਫਸਟ ਚੈਪਟਰ ਹੈ ਐਕਚੁਅਲ ਦੇ ਵਿੱਚ ਇਹ ਤੁਹਾਡਾ +1 ਦਾ ਕੈਮਿਸਟਰੀ ਦਾ ਜਿਹੜਾ ਵਰਕ ਹੈ ਉਹ ਉਹੀ ਹੈ। ਫਸਟ ਚੈਪਟਰ ਦੇ ਵਿੱਚ ਜੋ ਤੁਸੀਂ ਕੈਮਿਸਟਰੀ ਦੇ ਵਿੱਚ ਪੜ੍ਹਿਆ ਹੈ +1 ਦੇ ਵਿੱਚ, ਉਸੇ ਚੀਜ਼ ਨੂੰ ਹੀ ਇੱਥੇ ਕੀਤਾ ਗਿਆ। ਤਾਂ ਆਪਾਂ ਇਹਨੂੰ ਥੋੜ੍ਹਾ ਜਿਹਾ ਫਾਸਟਲੀ ਕਰਾਂਗੇ, ਠੀਕ ਹੈ, ਕਿਉਂਕਿ ਤੁਹਾਨੂੰ ਪਹਿਲਾਂ ਪੜ੍ਹਿਆ ਹੋਇਆ ਚੰਗੀ ਤਰੀਕੇ ਨਾਲ। ਜੋ ਵੀ ਇਹ 'ਚ ਮੇਨ ਗੱਲਾਂ ਫਿਜ਼ਿਕਸ ਦੇ ਲੈਵਲ ਦੀਆਂ ਹੋਣਗੀਆਂ ਉਹ 'ਤੇ ਮੈਂ ਥੋੜ੍ਹਾ ਸਟਰੈਸ ਦਊਂਗਾ। ਦੂਜਾ ਕੰਮ ਆਪਾਂ ਥੋੜ੍ਹਾ ਜਿਹਾ ਫਾਸਟ ਇਹਨੂੰ ਫਸਟ ਚੈਪਟਰ ਨੂੰ ਕਰਾਂਗੇ। ਜਿਹੜਾ ਸੈਕਿੰਡ ਚੈਪਟਰ ਆ ਸਾਡਾ ਉਹ ਫਿਜ਼ਿਕਸ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਹੈ, ਉਹਨੂੰ ਆਪਾਂ ਜ਼ਿਆਦਾ ਧਿਆਨ ਨਾਲ ਕਰਾਂਗੇ। ਤਾਂ ਸਭ ਸਟਾਰਟ ਕਰਦੇ ਹਾਂ। ਪਹਿਲਾਂ ਸਾਡੇ ਕੋਲ ਐਟਮ ਪਤਾ ਹੀ ਹੈ। ਹਰੇਕ ਜੋ ਵੀ ਸਾਡੇ ਕੋਲ ਯੂਨੀਵਰਸ ਦੇ ਵਿੱਚ ਮਟੀਰੀਅਲ ਹੈ, ਜੋ ਵੀ ਸਾਨੂੰ ਨਜ਼ਰ ਆਉਂਦਾ, ਜੋ ਵੀ ਕੁਛ ਬਣਿਆ ਹੋਇਆ ਹੈ, ਉਹ ਛੋਟੇ ਛੋਟੇ ਪਾਰਟੀਕਲਸ ਦਾ ਬਣਿਆ ਹੋਇਆ, ਜਿਹਨੂੰ ਆਪਾਂ ਐਟਮ ਕਹਿੰਦੇ ਹਾਂ, ਠੀਕ ਹੈ। ਤਾਂ ਐਟਮ ਦੀ ਫਿਰ ਜਦੋਂ ਇਹ ਪਤਾ ਲੱਗਿਆ ਕਿ ਐਟਮ ਤੋਂ ਬਣਿਆ ਹੋਇਆ ਹੈ, ਠੀਕ ਹੈ, ਫਿਰ ਐਟਮ ਦਾ ਸਟਰਕਚਰ ਕਿਹੋ ਜਿਹਾ ਹੁੰਦਾ ਹੈ, ਇਹਦੇ ਬਾਰੇ ਗੱਲ ਚੱਲੀ। ਵਿਗਿਆਨਿਕਾਂ ਨੇ ਜਾਣਨਾ ਚਾਹਿਆ ਕਿ ਐਟਮ ਅੱਗੇ ਕਿਸ ਚੀਜ਼ ਦਾ ਬਣਿਆ ਹੋਇਆ। ਹਰੇਕ ਜੋ ਮਟੀਰੀਅਲ ਹੈ ਉਹ ਤਾਂ ਜਾਂ ਜੋ ਵੀ ਚੀਜ਼ ਬਣੀ ਹੋਈ ਹੈ ਯੂਨੀਵਰਸ ਦੇ ਵਿੱਚੋਂ ਐਟਮ ਦੀ ਬਣੀ ਹੈ, ਤਾਂ ਐਟਮ ਕਿਸ ਚੀਜ਼ ਦਾ ਬਣਿਆ ਹੋਇਆ। ਤਾਂ ਉਹਦੇ ਵਾਸਤੇ ਐਕਸਪੈਰੀਮੈਂਟੇਸ਼ਨ ਜਦੋਂ ਸ਼ੁਰੂ ਹੋਈ ਤਾਂ ਪਹਿਲਾ ਨਾਮ ਆਪਾਂ ਪਤਾ ਹੈ, ਉਸਨੂੰ ਕੈਮਿਸਟਰੀ ਪੜ੍ਹਿਆ ਕਿ ਪਹਿਲਾ ਨਾਮ ਜਿਹੜਾ ਆਪਣੇ ਕੋਲ ਆਉਂਦਾ ਉਹ ਆਉਂਦਾ ਥੋਮਸਨ ਦਾ, ਜਿਹਨੇ ਸਾਨੂੰ ਐਟਮ ਬਾਰੇ ਕੁਛ ਜਾਣਕਾਰੀ ਦਿੱਤੀ, ਜਿਹਨੂੰ ਆਪਾਂ ਕਹਿੰਦੇ ਹਾਂ ਥੋਮਸਨ ਮਾਡਲ ਆਫ ਐਟਮ। ਤਾਂ ਥੋਮਸਨ ਨੇ ਸਾਨੂੰ ਕੀ ਕਿਹਾ ਸੀਗਾ? ਅਕੋਰਡਿੰਗ ਟੂ ਥੋਮਸਨ ਮਾਡਲ ਐਵਰੀ ਐਟਮ ਕੰਸਿਸਟ ਆਫ ਪੋਜ਼ਿਟਿਵਲੀ ਚਾਰਜ ਸਫੀਅਰ ਆਫ ਰੇਡੀਅਸ ਆਫ ਆਰਡਰ 10⁻⁻10 ਮੀਟਰ in which entire mass and the positive charge of the atom are uniformly distributed inside this sphere. The electrons are embedded like seeds in the watermelon or plum in the pudding. The number of electrons such that their negative charge is equal to the positive charge of the atom. So atom is electrically neutral. ਤਾਂ ਆਪਾਂ ਨੂੰ ਪਤਾ ਹੈ ਕਿ ਥੋਮਸਨ ਨੇ ਕੀ ਕਿਹਾ ਸੀ? ਥੋਮਸਨ ਨੇ ਕਿਹਾ ਕਿ ਐਟਮ ਹੈ ਜਿਹੜਾ ਉਹ ਇੱਕ ਸਫੀਅਰ ਦੀ ਤਰ੍ਹਾਂ ਹੈ। ਦੇਖੋ ਅਤੇ ਸਫੀਅਰ ਕਾਹਦਾ ਬਣਿਆ ਹੋਇਆ? ਇੱਕ ਪੋਜ਼ੀਟਿਵ ਚਾਰਜ ਦਾ ਬਣਿਆ ਹੋਇਆ। ਇਹ ਪੂਰੇ ਦਾ ਪੂਰਾ ਜਿਹੜਾ ਸਫੀਅਰ ਹੈ ਪੋਜ਼ੀਟਿਵ ਚਾਰਜ ਦਾ ਬਣਿਆ ਹੋਇਆ, ਠੀਕ ਹੈ। ਅਤੇ ਇਹਦੇ ਵਿੱਚ ਕੀ ਹੈ? ਨੈਗੇਟਿਵ ਚਾਰਜ ਦੇ ਜਿਹੜੇ ਇਲੈਕਟ੍ਰੋਨ ਨੇ ਉਹ ਇਹ 'ਚ ਇੰਬੈਡਡ ਨੇ, ਖੁੱਬੇ ਹੋਏ ਨੇ ਕਿਤੇ ਕਿਤੇ। ਤੁਸੀਂ ਸਾਰਿਆਂ ਨੇ ਤਰਬੂਜ਼ ਦੇਖਿਆ, ਤਾਂ ਤਰਬੂਜ਼ ਦੇ ਵਿੱਚ ਜਿਹੜਾ ਲਾਲ ਪਾਰਟ ਹੈ, ਜਿੰਨਾ ਵੀ ਲਾਲ ਪਾਰਟ ਹੈ ਉਹ ਸਾਰੇ ਦਾ ਸਾਰਾ ਪੋਜ਼ੀਟਿਵਲੀ ਚਾਰਜਡ ਹੈ, ਅਤੇ ਜਿਹੜੇ ਉਹ 'ਚ ਬੀਜ ਨੇ ਉਹ ਸਾਰੇ ਕੀ ਨੇ? ਨੈਗੇਟਿਵ ਚਾਰਜ ਨੇ। ਅਤੇ ਜਿਹੜੇ ਇਹ ਨੈਗੇਟਿਵ ਚਾਰਜ ਹੈ ਉਹ ਇੰਨਾ ਹੈ ਕਿ ਜਿੰਨਾ ਪੋਜ਼ੀਟਿਵ ਚਾਰਜ ਹੈ। ਮਤਲਬ ਐਟਮ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਕੀ ਨੇ? ਬਰਾਬਰ ਨੇ। ਤਾਂ ਜਦੋਂ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਬਰਾਬਰ ਹੋਣ ਕਿਸੇ ਚੀਜ਼ 'ਚ, ਉਹਨੂੰ ਆਪਾਂ ਬੋਲਾਂਗੇ ਇਲੈਕਟ੍ਰੀਕਲੀ ਨਿਊਟਰਲ ਹੈ। ਹੁਣ ਦੇਖੋ, ਇੱਕ ਤਾਂ ਹੋ ਗਿਆ ਕਿ ਉਹਦੇ ਕੋਈ ਚਾਰਜ ਨਹੀਂ, ਮਤਲਬ ਐਕਚੁਅਲ 'ਚ ਕੋਈ ਚਾਰਜ ਪਾਰਟੀਕਲ ਹੈ ਹੀ ਨਹੀਂ। ਇੱਕ ਤਾਂ ਪੁਆਇੰਟ ਇਹ ਬਣਦਾ। ਇੱਕ ਬਣਦਾ ਕਿ ਇਹਦੇ ਉੱਪਰ ਬੋਡੀ ਪਰ ਕੋਈ ਚਾਰਜ ਨਹੀਂ, ਨਿਊਟਰਲ ਹੈ। ਦੈਟ ਮੀਨਸ ਉਹਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਹੈਗੇ ਤਾਂ ਹੈਗੇ ਨੇ, ਪਰ ਉਹ ਬਰਾਬਰ ਨੇ, ਠੀਕ ਹੈ। ਤਾਂ ਐਟਮ 'ਚ ਪੋਜ਼ੀਟਿਵ ਚਾਰਜ ਵੀ ਸਬਟੋਮਿਕ ਪਾਰਟੀਕਲ ਵੀ ਹੁੰਦਾ ਅਤੇ ਨੈਗੇਟਿਵ ਚਾਰਜ ਸਬਟੋਮਿਕ ਪਾਰਟੀਕਲ ਵੀ ਹੁੰਦਾ, ਪਰ ਉਹ ਦੋਨੇ ਬਰਾਬਰ ਹੁੰਦੇ ਨੇ। ਅਤੇ ਐਟਮ ਦਾ ਜਿਹੜਾ ਸਫੀਅਰ ਹੈ ਇਹਦਾ ਰੇਡੀਅਸ ਲਗਭਗ ਕਿੰਨਾ ਹੁੰਦਾ? 10⁻⁻10 ਮੀਟਰ ਹੁੰਦਾ। ਹੁਣ ਇਹ ਜਿਹੜਾ ਮਾਡਲ ਹੈ ਇਹਦੇ ਵਿੱਚ ਕੁਛ ਕਮੀਆਂ ਸਾਹਮਣੇ ਆਈਆਂ। ਦੇਖੋ, ਸਾਇੰਸ ਕੀ ਹੈ? ਇੱਕ ਡਾਇਨਾਮਿਕ ਸਬਜੈਕਟ ਹੈ। ਇਹ 'ਚ ਕਿਸੇ ਨੂੰ ਵੀ ਗੱਲ ਨੂੰ ਜਦੋਂ ਕਿਹਾ ਜਾਂਦਾ ਹੈ ਤਾਂ ਉਹਨੂੰ ਐਕਸਪੈਰੀਮੈਂਟਲੀ ਪ੍ਰੂਫ ਕਰਨਾ ਪੈਂਦਾ ਹੈ। ਅਤੇ ਜਿਵੇਂ ਜਿਵੇਂ ਸਾਇੰਸ ਤਰੱਕੀ ਕਰਦੀ ਜਾਂਦੀ ਹੈ ਤਾਂ ਜੇਕਰ ਉਹਦੇ ਰਿਜ਼ਲਟ ਨੇ ਐਕਸਪੈਰੀਮੈਂਟ ਦੇ ਨਵੇਂ ਜਿਹੜੇ ਐਕਸਪੈਰੀਮੈਂਟ ਹੁੰਦੇ ਨੇ ਉਹ ਵੈਰੀਫਾਈ ਨਹੀਂ ਹੁੰਦੇ ਪੁਰਾਣੇ ਮਾਡਲ ਨਾਲ, ਤਾਂ ਸਾਨੂੰ ਕਮੀਆਂ ਪਤਾ ਲੱਗਦੀਆਂ ਨੇ। ਤਾਂ ਇਹਦੇ ਵਿੱਚ ਵੀ ਕਮੀਆਂ ਸਮੇਂ ਨਾਲ ਪਤਾ ਲੱਗਦੀਆਂ ਗਈਆਂ। ਇਟ ਕੁਡ ਨਾਟ ਐਕਸਪਲੇਨ ਦਾ ਓਰੀਜਨ ਆਫ ਸਪੈਕਟਰਲ ਲਾਈਨਸ ਆਫ ਹਾਈਡਰੋਜਨ ਐਂਡ ਅਦਰ ਐਟਮ ਅਬਜ਼ਰਵਡ ਐਕਸਪੈਰੀਮੈਂਟਲੀ। ਤਾਂ ਬੋਹਰ ਨੇ ਜਾਂ ਉਸ ਤੋਂ ਬਾਅਦ ਥੋਮਸਨ ਤੋਂ ਬਾਅਦ ਵਾਲੇ ਜਿਹੜੇ ਸਾਇੰਟਿਸਟ ਨੇ ਉਹਨਾਂ ਨੇ ਕੁਛ ਐਕਸਪੈਰੀਮੈਂਟ ਕੀਤੇ ਹਾਈਡਰੋਜਨ ਐਟਮ ਦੇ, ਉਹਨੂੰ ਆਪਾਂ ਸਪੈਕਟਰਲ ਲਾਈਨਸ ਬੋਲਦੇ ਹਾਂ, ਆਪਾਂ ਅੱਗੇ ਪੜ੍ਹਾਂਗੇ। ਤਾਂ ਸਪੈਕਟਰਲ ਲਾਈਨਸ ਕਿੱਥੋਂ ਆਈਆਂ, ਕਿਉਂ ਆਈਆਂ, ਉਹਨਾਂ ਦੇ ਬਣਨ ਦਾ ਕਾਰਨ ਕੀ ਹੈ? ਇਹਦੀ ਐਕਸਪਲੇਨੇਸ਼ਨ ਥੋਮਸਨ ਕੋਲ ਨਹੀਂ ਸੀ। It could not explain the large angle scattering of alpha particle from the thin metal foil as observed by the Rutherford. ਹੁਣ ਇਸ ਤੋਂ ਅਗਲਾ ਜਿਹੜਾ ਬੰਦਾ ਰਦਰਫੋਰਡ ਹੈ, ਉਹਨੇ ਇੱਕ ਅਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ ਕੀਤਾ। ਤਾਂ ਰਦਰਫੋਰਡ ਦੇ ਐਕਸਪੈਰੀਮੈਂਟ ਦੇ ਵਿੱਚ ਕੀ ਦੇਖਣ ਨੂੰ ਮਿਲਿਆ ਕਿ ਅਲਫਾ ਪਾਰਟੀਕਲ ਨੇ ਜਿਹੜੇ ਉਹ ਕੁਝ ਐਂਗਲ 'ਤੇ ਸਕੈਟਰ ਹੋ ਰਹੇ ਨੇ, ਖਿੰਡ ਰਹੇ ਨੇ ਅਲਫਾ ਪਾਰਟੀਕਲ ਨੇ ਜਿਹੜੇ। ਹੁਣ ਜਦੋਂ ਪੁੱਛਿਆ ਗਿਆ ਥੋਮਸਨ ਨੂੰ ਵੀ ਦੱਸੋ ਤੁਹਾਡੇ ਮਾਡਲ ਦੇ ਅਨੁਸਾਰ ਇਹਨੂੰ ਐਕਸਪਲੇਨ ਕਰੋ ਵੀ ਕਿਉਂ ਮੁੜੇ, ਤਾਂ ਥੋਮਸਨ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਸੀ। ਤਾਂ ਇਹਨਾਂ ਕਮੀਆਂ ਦੇ ਕਰਕੇ ਫਿਰ ਜਿਹੜੇ ਅੱਗੇ
ਸਾਇੰਟਿਸਟ ਨੂੰ ਮੌਕਾ ਮਿਲਿਆ ਕਿ ਆਪਾਂ ਹੋਰ ਵੀ ਜਿਹੜਾ ਐਟਮ ਹੈ ਉਹਦਾ ਸਟਰਕਚਰ ਪ੍ਰੋਪਰਲੀ ਐਕਸਪਲੇਨ ਨਹੀਂ ਕੀਤਾ ਜਾ ਸਕਿਆ ਹਾਲੇ ਤੱਕ, ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਨੇ ਹੋਰ ਜਿਹੜੇ ਸਾਇੰਟਿਸਟ ਨੇ। ਤਾਂ ਨੈਕਸਟ ਜਿਹੜਾ ਸਾਇੰਟਿਸਟ ਦਾ ਨਾਮ ਸਾਡੇ ਕੋਲ ਆਉਂਦਾ ਦੈਟ ਇਜ਼ ਰਦਰਫੋਰਡ। ਤਾਂ ਉਹਨੇ ਇੱਕ ਐਕਸਪੈਰੀਮੈਂਟ ਕੀਤਾ ਦੈਟ ਇਜ਼ ਕਾਲਡ ਅਲਫਾ ਰੇ ਸਕੈਟਰਿੰਗ ਐਕਸਪੈਰੀਮੈਂਟ। ਤਾਂ ਨਾਮ ਯਾਦ ਰੱਖਣਾ ਕਿ ਰਦਰਫੋਰਡ ਨੇ ਕਿਹੜਾ ਐਕਸਪੈਰੀਮੈਂਟ ਕੀਤਾ, ਅਲਫਾ ਰੇ ਸਕੈਟਰਿੰਗ ਐਕਸਪੈਰੀਮੈਂਟ। ਸਭ ਤੋਂ ਪਹਿਲਾਂ ਤਾਂ ਅਲਫਾ ਪਾਰਟੀਕਲ ਹੁੰਦਾ ਕੀ ਹੈ, ਠੀਕ ਹੈ, ਵੈਸੇ ਉਹਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕੈਮਿਸਟਰੀ ਦੀ ਟਰਮ ਹੈ ਇਹ। ਤਾਂ ਅਲਫਾ ਪਾਰਟੀਕਲ ਹੁੰਦਾ ਕੀ ਹੈ, ਦੈਟ ਇਜ਼ ਅਲਫਾ ਰੇ ਜਾਂ ਅਲਫਾ ਪਾਰਟੀਕਲ। ਇਹ ਕੀ ਚੀਜ਼ ਹੈ, ਤਾਂ ਤੁਸੀਂ ਹੀਲੀਅਮ ਦਾ ਨਾਮ ਸੁਣਿਆ। ਹੀਲੀਅਮ ਸਾਡਾ ਸੈਕਿੰਡ ਜਿਹੜਾ ਐਲੀਮੈਂਟ ਹੈ ਪੀਰੀਓਡਿਕ ਟੇਬਲ ਦੇ ਵਿੱਚ, ਉਹਦਾ ਨੰਬਰ ਹੈਗਾ 2 ਅਤੇ ਮਾਸ ਹੈਗਾ 4। ਨੰਬਰ ਹੈਗਾ 2, ਮਾਸ ਹੈਗਾ 4। ਹੁਣ ਤੁਹਾਨੂੰ ਪਤਾ ਹੈ ਆਪਾਂ +1 'ਚ ਵੀ ਕੀਤਾ ਸੀ ਕਿ ਜਿਹੜਾ ਅਟੋਮਿਕ ਨੰਬਰ ਹੁੰਦਾ ਦੈਟ ਇਜ਼ Z, ਇਹ ਕਾਹਦੇ ਬਰਾਬਰ ਹੁੰਦਾ, PE ਦੇ ਬਰਾਬਰ। P ਫੋਰ ਨੰਬਰ ਆਫ ਪ੍ਰੋਟੋਨ, E ਨੰਬਰ ਆਫ ਇਲੈਕਟ੍ਰੋਨ। ਅਤੇ ਜਿਹੜਾ ਮਾਸ ਹੁੰਦਾ ਦੈਟ ਇਜ਼ Z, ਦੈਟ ਇਜ਼ A, ਦੈਟ ਇਜ਼ ਕਾਲਡ ਅਟੋਮਿਕ ਨੰਬਰ, ਦੈਟ ਇਜ਼ ਕਾਲਡ ਮਾਸ ਨੰਬਰ। ਅਤੇ ਮਾਸ ਨੰਬਰ ਕਾਹਦੇ ਬਰਾਬਰ ਹੁੰਦਾ P + N, ਪ੍ਰੋਟੋਨ + ਨਿਊਟਰੋਨ, ਠੀਕ ਹੈ ਜੀ। ਤਾਂ ਅਲਫਾ ਪਾਰਟੀਕਲ ਕੀ ਹੈ, ਜਿਹੜਾ ਹੀਲੀਅਮ ਹੈ, ਹੀਲੀਅਮ ਦੇ ਵਿੱਚ ਪ੍ਰੋਟੋਨ ਵੀ 2 ਨੇ ਅਤੇ ਇਲੈਕਟ੍ਰੋਨ ਵੀ 2 ਨੇ। ਪ੍ਰੋਟੋਨ 'ਤੇ ਪੋਜ਼ੀਟਿਵ ਚਾਰਜ ਹੁੰਦਾ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੈ। ਪ੍ਰੋਟੋਨ ਨਿਊਕਲੀਅਸ ਦੇ ਅੰਦਰ ਹੁੰਦੇ ਨੇ, ਇਲੈਕਟ੍ਰੋਨ ਨਿਊਕਲੀਅਸ ਦੇ ਬਾਹਰ ਹੁੰਦੇ ਨੇ। ਜਿਸ ਸਮੇਂ ਦੀ ਇਹ ਗੱਲ ਹੋ ਰਹੀ ਹੈ ਉਸ ਸਮੇਂ ਨਿਊਕਲੀਅਸ ਬਾਰੇ ਹਾਲੇ ਪਤਾ ਨਹੀਂ ਸੀਗਾ। ਇਹ ਤੁਹਾਨੂੰ ਮੈਂ ਸਿਰਫ ਸਮਝਾ ਰਿਹਾ ਕਿ ਅਲਫਾ ਪਾਰਟੀਕਲ ਕੀ ਹੁੰਦਾ। ਉਹਨੂੰ ਵੀ ਨਹੀਂ ਪਤਾ ਸੀ ਅਲਫਾ ਪਾਰਟੀਕਲ ਕੀ ਹੁੰਦਾ ਜਿਸ ਬੰਦੇ ਨੇ ਐਕਸਪੈਰੀਮੈਂਟ ਕੀਤਾ ਕਿ ਉਹ ਕਿਵੇਂ ਬਣਿਆ। ਉਹਨੂੰ ਸਿਰਫ ਇੰਨਾ ਪਤਾ ਕਿ ਅਲਫਾ ਪਾਰਟੀਕਲ ਇੱਕ ਪਾਰਟੀਕਲ ਹੈ ਜਿਹਦੇ ਉੱਪਰ, ਠੀਕ ਹੈ, ਜਿਹਦੇ ਉੱਪਰ 2 ਚਾਰਜ ਹੈ ਪਲੱਸ ਦਾ। ਤਾਂ ਜੇਕਰ ਜਿਹੜੇ, ਕਿਉਂਕਿ ਪ੍ਰੋਟੋਨ ਨਿਊਕਲੀਅਸ ਦੇ ਵਿੱਚ ਹੁੰਦੇ ਨੇ, ਨਿਊਕਲੀਅਸ ਦੇ ਵਿੱਚੋਂ ਆਪਾਂ ਕੋਈ ਪਾਰਟੀਕਲ ਕੱਢ ਨਹੀਂ ਸਕਦੇ, ਕੋਈ ਪਾ ਨਹੀਂ ਸਕਦੇ। ਇਲੈਕਟ੍ਰੋਨ ਨੇ ਜਿਹੜੇ ਉਹ ਨਿਊਕਲੀਅਸ ਦੇ ਬਾਹਰ ਚੱਕਰ ਕੱਢਦੇ ਨੇ, ਜਿਵੇਂ ਸੂਰਜ ਦੁਆਲੇ ਗ੍ਰਹਿ ਕੱਢਦੇ ਨੇ। ਤਾਂ ਇਲੈਕਟ੍ਰੋਨ ਨੂੰ ਆਪਾਂ ਕੱਢਿਆ ਜਾ ਸਕਦਾ, ਪਾਇਆ ਜਾ ਸਕਦਾ। ਰਿਐਕਸ਼ਨ ਜਿਹੜੀ ਕੈਮੀਕਲ ਰਿਐਕਸ਼ਨ ਉਹ 'ਚ ਹੁੰਦਾ ਕੀ ਹੈ, ਇਹੀ ਹੁੰਦਾ ਨਾ, ਕੋਈ ਐਟਮ ਇਲੈਕਟ੍ਰੋਨ ਗੇਨ ਕਰਦਾ, ਕੋਈ ਲੂਜ਼ ਕਰਦਾ। ਤਾਂ ਜੇਕਰ ਇਹ ਹੀਲੀਅਮ 2 ਦੇ 2 ਇਲੈਕਟ੍ਰੋਨ ਲੂਜ਼ ਕਰਦੇ ਤਾਂ ਉਹਦੇ ਉੱਪਰ ਕੀ ਆ ਜਾਊਗਾ, 2+ ਦਾ ਚਾਰਜ ਆ ਜਾਊਗਾ। ਤਾਂ ਇਹ ਜੋ ਨਵੀਂ ਐਂਟਿਟੀ ਬਣ ਗਈ, ਮਤਲਬ ਪੋਜ਼ੀਟਿਵਲੀ ਚਾਰਜਡ ਹੀਲੀਅਮ ਐਟਮ ਇਜ਼ ਨੋਨ ਐਜ਼ ਅਲਫਾ ਪਾਰਟੀਕਲ। ਪੋਜ਼ੀਟਿਵਲੀ ਚਾਰਜਡ ਹੀਲੀਅਮ ਐਟਮ ਇਜ਼ ਕਾਲਡ ਅਲਫਾ ਪਾਰਟੀਕਲ। ਤਾਂ ਰਦਰਫੋਰਡ ਨੇ ਕੀ ਕੀਤਾ, ਐਕਸਪੈਰੀਮੈਂਟ ਕੀਤਾ। ਦੇਖੋ ਇਹਦੇ 'ਚ ਇੱਕ ਸੈਟਅਪ ਦਿਖਾਇਆ ਗਿਆ। ਇਹ ਸੈਟਅਪ 'ਚ ਕੀ ਹੈ, ਇੱਕ ਸਾਡੇ ਕੋਲ ਰੇਡੀਓ ਐਕਟਿਵ ਜਿਹੜਾ ਹੈਗਾ ਸਬਸਟੈਂਸ ਹੈ ਜਿਹੜਾ ਕਿ ਅਲਫਾ ਰੇਜ਼ ਛੱਡਦਾ, ਅਲਫਾ ਪਾਰਟੀਕਲ ਛੱਡਦਾ, ਠੀਕ ਹੈ ਜੀ। ਇਹਨੂੰ ਇੱਕ ਲੈਡ ਦੀ ਕੈਵਿਟੀ 'ਚ ਰੱਖਿਆ ਗਿਆ ਜਿਹਦੇ 'ਚ ਇੱਕ ਸਲਿੱਟ ਹੈ, ਸਿਰਫ ਇੱਕ ਛੇਕ ਹੈ ਜਿਹਦੇ ਵਿੱਚੋਂ ਬਰੀਕ ਜੀ ਇੱਕ ਬੀਮ ਨਿਕਲ ਸਕੇ ਅਲਫਾ ਪਾਰਟੀਕਲ ਦੀ। ਫਿਰ ਇਹਨੂੰ ਸਾਹਮਣੇ ਇੱਕ ਪਾਸ ਕੀਤਾ ਗਿਆ ਕਿਊਮੂਲੇਟਰ 'ਚੋਂ। ਇਹ ਵੀ ਇੱਕ ਲੈਡ ਦੀ ਸ਼ੀਟ ਹੈ, ਇਹਦੇ ਵਿੱਚ ਵੀ ਇੱਕ ਛੇਕ ਰੱਖਿਆ ਗਿਆ ਇਹਦੇ ਬਿਲਕੁਲ ਸਾਹਮਣੇ ਕਿ ਇੱਕ ਬੀਮ ਦੇ ਰੂਪ ਦੇ ਵਿੱਚ ਹੀ, ਕਿਉਂਕਿ ਇੱਥੋਂ ਨਿਕਲਣ ਵਾਲੀਆਂ ਰੇਜ਼ ਖਿੰਡ ਜਾਣਗੀਆਂ ਥੋੜ੍ਹੀਆਂ ਜਿਹੀਆਂ, ਤਾਂ ਸਿਰਫ ਇੱਕ ਸਿੱਧੀ ਬੀਮ ਦੇ ਰੂਪ ਦੇ ਵਿੱਚ ਵੀ ਜਿਹੜੀਆਂ ਰੇਜ਼ ਨੇ ਉਹ ਜਾਣ ਸਾਹਮਣੇ। ਸਾਡਾ ਮਕਸਦ ਹੈ ਕਿ ਇੱਕ ਸਿੱਧੀ ਬੀਮ ਜਾਵੇ। ਫਿਰ ਉਸ ਤੋਂ ਬਾਅਦ ਸਾਡੇ ਕੀ ਕੀਤਾ ਗਿਆ, ਇਹ ਸਾਡਾ ਜਿਹੜਾ ਹੈਗਾ ਟਾਰਗੇਟ ਹੈ ਦੈਟ ਇਜ਼ ਗੋਲਡ ਫੋਇਲ। ਗੋਲਡ ਦੀ ਪੱਤੀ ਬਹੁਤ ਬਰੀਕ, ਦੇਖੋ ਕਿੰਨੀ ਬਰੀਕ ਲਿਖੀਆਂ ਨੇ, 10⁻⁻8 ਮੀਟਰ ਥਿਕ, ਬਹੁਤ ਜ਼ਿਆਦਾ ਬਰੀਕ। ਇਹਨੂੰ ਕੁੱਟ ਕੇ ਜਿੰਨਾ ਬਰੀਕ ਕੀਤਾ ਜਾ ਸਕਦਾ ਸੀ ਪੋਸੀਬਲੀ ਉਨਾ ਕੀਤਾ ਗਿਆ। ਅਤੇ ਉਸ ਤੋਂ ਬਾਅਦ ਪਿੱਛੇ ਇੱਕ ਕੀ ਲੱਗੀ ਹੋਈ ਹੈ, ਇਹ ਰੋਟੇਟਿੰਗ ਡਿਟੈਕਟਰ ਲੱਗਿਆ ਹੋਇਆ। ਡਿਟੈਕਟਰ ਜੋ ਡਿਟੈਕਟ ਕਰਦਾ, ਕਿਸ ਚੀਜ਼ ਨੂੰ ਡਿਟੈਕਟ ਕਰਦਾ, ਅਲਫਾ ਪਾਰਟੀਕਲ ਜਿਹੜੇ ਇਹ 'ਚੋਂ ਪਾਸ ਹੋਣ ਤੋਂ ਬਾਅਦ, ਲੰਘਣ ਤੋਂ ਬਾਅਦ ਕਿੱਥੇ ਜਾ ਕੇ ਟਕਰਾ ਰਹੇ ਨੇ। ਇਹ ਦੇਖੋ ਸਰਕੂਲਰ ਹੈ, ਐਕਚੁਅਲ ਐਕਸਪੈਰੀਮੈਂਟ ਇਸ ਤਰ੍ਹਾਂ ਦਾ। ਦੇਖੋ ਲੈਡ ਦੇ ਵਿੱਚੋਂ ਬੀਮ ਨਿਕਲ ਰਹੀ ਹੈ ਸਾਹਮਣੇ, ਇਹ ਇੱਕ ਜਾਂਦੀ ਹੋਈ ਸਲਿੱਟ 'ਚੋਂ, ਠੀਕ ਹੈ। ਇਹ ਲੈਡ ਦੀ ਲੱਗੀ ਹੋਈ ਹੈ ਪਲੇਟ, ਬੀਮ ਜਾ ਰਹੀ ਹੈ, ਆਹ ਗੋਲਡ ਦੀ ਫੋਇਲ ਹੈ। ਇਹ 'ਚੋਂ ਪਾਸ ਕਰਨ ਤੋਂ ਬਾਅਦ ਜਿਹੜੇ ਅਲਫਾ ਪਾਰਟੀਕਲ ਨੇ, ਇਹ ਸਾਹਮਣੇ ਲੱਗਿਆ ਹੋਇਆ ਗੋਲਡ ਡਿਟੈਕਟਰ, ਠੀਕ ਹੈ। ਇਹ ਪਤਾ ਕਰਦਾ ਹੈ ਵੀ ਕਿੰਨੇ ਐਂਗਲ 'ਤੇ ਜਿਹੜੇ ਅਲਫਾ ਪਾਰਟੀਕਲ ਨੇ ਉਹ ਸਿੱਧੇ ਜਾ ਰਹੇ ਨੇ ਤੇ ਕੀ ਸਿੱਧੇ ਟਕਰਾਏ। ਹੁਣ ਦੇਖੋ ਤੁਹਾਨੂੰ ਐਕਸਪੈਰੀਮੈਂਟ ਤੋਂ ਪਤਾ ਲੱਗ ਹੀ ਰਿਹਾ, ਆਹ ਡਾਇਗਰਾਮ ਦੇਖ ਕੇ ਪਤਾ ਲੱਗ ਰਿਹਾ ਕਿ ਜਾਂ ਤਾਂ ਬੀਮ ਬਿਲਕੁਲ ਸਿੱਧੀ ਰਹੀ ਹੈ, ਪਰ ਇਹਦੇ ਵਿੱਚੋਂ ਲੰਘਣ ਤੋਂ ਬਾਅਦ ਦੇਖੋ ਉਹ ਕਿਵੇਂ ਖਿੰਡ ਗਈ। ਤਾਂ ਐਕਸਪੈਰੀਮੈਂਟ ਕੀ ਹੋਇਆ, ਐਕਸਪੈਰੀਮੈਂਟ 'ਚ ਕੀ ਕੀਤਾ ਉਹਨੇ, ਰਦਰਫੋਰਡ ਨੇ, ਕਿ ਉਸਨੇ ਇੱਕ ਸੋਰਸ ਆਫ ਰੇਡੀਓਐਕਟਿਵ ਸਬਸਟੈਂਸ ਲਿਆ ਜਿਹਦੋਂ ਅਲਫਾ ਪਾਰਟੀਕਲ ਨਿਕਲਦੇ ਨੇ, ਠੀਕ ਹੈ। ਉਸ ਨੂੰ, ਉਹਦੇ ਵਿੱਚੋਂ ਅਲਫਾ ਪਾਰਟੀਕਲ ਦੀ ਬੀਮ ਨੂੰ ਇੱਕ ਨੈਰੋ ਬੀਮ ਦੇ ਵਿੱਚ ਕਨਵਰਟ ਕਰਕੇ ਉਹਨੂੰ ਇੱਕ ਗੋਲਡ ਫੋਇਲ ਦੇ ਉੱਪਰ ਪਾਇਆ ਜਿਹਦੀ ਥਿਕਨੈਸ ਬਹੁਤ ਜ਼ਿਆਦਾ ਥੋੜ੍ਹੀ ਹੈ, 10⁻⁻8 ਮੀਟਰ ਦੇ ਲਗਭਗ ਹੈ। ਤਾਂ ਅਬਜ਼ਰਵ ਕੀ ਕੀਤਾ ਉਸਨੇ, ਤਾਂ ਪਿਛਲੇ ਪਾਸੇ ਕੀ ਲੱਗੀ ਹੈ, ਇੱਕ ਰੋਟੇਟੇਬਲ ਸਰਕੂਲਰ ਡਿਟੈਕਸ਼ਨ ਜਿਹੜੀ ਹੈਗੀ ਹੈ ਸਕਰੀਨ ਲੱਗੀ ਹੋਈ ਹੈ, ਜ਼ਿੰਕ ਸਲਫਾਈਡ ਦੇ ਉੱਪਰ ਕੋਟਿੰਗ ਕੀਤੀ ਗਈ ਹੈ, ਠੀਕ ਹੈ। ਅਤੇ ਇੱਕ ਮਾਈਕਰੋਸਕੋਪ ਲੱਗੀ ਹੈ ਜੋ ਜਿੱਥੇ ਜਾ ਕੇ ਟਕਰਾਉਂਦਾ ਅਲਫਾ ਪਾਰਟੀਕਲ ਉੱਥੇ ਰੋਸ਼ਨੀ ਪੈਦਾ ਹੁੰਦੀ ਹੈ ਥੋੜ੍ਹੀ ਜਿਹੀ, ਠੀਕ ਹੈ, ਜ਼ਿੰਕ ਸਲਫਾਈਡ ਦੇ ਨਾਲ ਟਕਰਾਉਣ 'ਤੇ। ਤਾਂ ਉਹ ਮਾਈਕਰੋਸਕੋਪ ਨਾਲ ਪਤਾ ਕੀਤਾ ਜਾਂਦਾ ਕਿੱਥੇ ਰੋਸ਼ਨੀ ਪੈਦਾ ਹੋ ਰਹੀ ਹੈ।
ਤਾਂ ਕੀ ਆਬਜ਼ਰਵ ਕੀਤਾ, ਉਹਦੀ ਆਬਜ਼ਰਵੇਸ਼ਨ ਕੀ ਸੀਗੀ, ਦੇਖੋ। ਹਾਂਜੀ, ਤੇ ਨੈਕਸਟ ਸਾਡੇ ਕੋਲ ਕੀ ਹੈ, ਇਹ ਨੰਬਰ ਦਿੱਤਾ ਹੈ, ਨੰਬਰ ਆਫ ਪਾਰਟੀਕਲ ਸਕੈਟਰਿੰਗ ਪਰ ਯੂਨਿਟ ਏਰੀਆ ਐਟ ਦਾ ਸਕੈਟਰਿੰਗ ਐਂਗਲ ਥੀਟਾ, ਕਿ ਕਿੰਨੇ ਏਰੀਏ 'ਚ ਕਿੰਨੇ ਐਟਮ ਨੇ ਜਿਹੜੇ ਉਹ ਸਕੈਟਰ ਕਰ ਰਹੇ ਨੇ, ਉਹ ਸਾਨੂੰ ਫਾਰਮੂਲਾ ਦਿੱਤਾ ਹੈ। ਇਹ ਤਾਂ ਕੋਈ ਐਡੀ ਖਾਸ ਇੰਪੋਰਟੈਂਸ ਨਹੀਂ ਹੈਗੀ। ਫਿਰ ਆ ਗਿਆ ਡਿਸਟੈਂਸ ਆਫ ਕਲੋਜੈਸਟ ਅਪਰੋਚ, ਡਿਸਟੈਂਸ ਆਫ ਕਲੋਜੈਸਟ ਅਪਰੋਚ, ਕਿ ਜਿਹਨੂੰ ਆਪਾਂ ਕਹਿੰਦੇ ਹਾਂ ਸਾਈਜ਼ ਆਫ ਦਾ ਨਿਊਕਲੀਅਸ, ਕਿ ਕਿੰਨਾ ਨੇੜੇ ਤੱਕ ਜਾ ਸਕਦਾ ਹੈਗਾ ਅਲਫਾ ਪਾਰਟੀਕਲ, ਕਿੰਨਾ ਨੇੜੇ ਤੱਕ ਗਿਆ ਉੱਥੋਂ ਦਾ, ਜਾਂ ਕੋਈ ਐਟਮ, ਦੋ ਐਟਮ ਕਿੰਨੇ ਨੇੜੇ ਹੋ ਸਕਦੇ ਨੇ, ਤਾਂ ਉੱਥੋਂ ਦੇ ਸਾਈਜ਼ ਦਾ ਪਤਾ ਲੱਗਦਾ ਹੈ ਕਿ ਨਿਊਕਲੀਅਸ ਦਾ ਸਾਈਜ਼ ਕਿੰਨਾ ਕੁ ਹੋਊਗਾ। ਟੂ ਕੈਲਕੂਲੇਟ ਦਾ ਨੀਅਰੈਸਟ ਡਾਇਮੈਂਸ਼ਨ ਨਿਊਕਲੀਅਰ ਡਾਇਮੈਂਸ਼ਨ ਫਰੋਮ ਦਾ ਸਕੈਟਰਿੰਗ ਐਕਸਪੈਰੀਮੈਂਟ, ਰਦਰਫੋਰਡ ਨੇ ਕੁਛ ਗੱਲਾਂ ਅਜ਼ਿਊਮ ਕੀਤੀਆਂ। ਅਟੋਮਿਕ ਨਿਊਕਲੀਅਸ ਇਜ਼ ਸੋ ਹੈਵੀ ਦੈਟ ਮੋਸ਼ਨ ਡਿਊਰਿੰਗ ਦਾ ਇੰਪੈਕਟ ਇਜ਼ ਡਿਸਰਿਗਾਰਡਡ, ਕਿ ਐਟਮ ਦਾ ਨਿਊਕਲੀਅਸ ਇੰਨਾ ਭਾਰੀ ਹੈ ਕਿਉਂਕਿ ਉਹਨੇ ਉੱਪਰ ਕੀ ਕਿਹਾ ਹੈ, ਸਾਰਾ ਮਾਸ ਹੈ ਜਿਹੜਾ ਅਤੇ ਸਾਰਾ ਪੋਜ਼ੀਟਿਵ ਚਾਰਜ ਹੈ ਉਹ ਇਸੇ ਨਿਊਕਲੀਅਸ 'ਚ ਜਮ੍ਹਾਂ ਹੈ, ਮਤਲਬ ਸਾਰਾ ਪੁੰਜ ਵੀ ਇਹਦੇ ਵਿੱਚ ਹੀ ਹੈ, ਸਾਰਾ ਪੋਜ਼ੀਟਿਵ ਚਾਰਜ ਵੀ ਇਹਦੇ ਵਿੱਚ ਹੀ ਹੈ। ਤਾਂ ਜਦੋਂ ਵੀ ਇਹਨੇ ਕੋਈ ਟਕਰਾਊਗਾ, ਕਿ ਅਲਫਾ ਪਾਰਟੀਕਲ ਟਕਰਾਵੇ ਜਾਂ ਕੋਈ ਹੋਰ ਪਾਰਟੀਕਲ ਟਕਰਾਵੇ, ਤਾਂ ਇਹ ਇਹਦੇ ਉੱਪਰ ਕੋਈ ਫਰਕ ਨਹੀਂ ਕਰਦਾ, ਉਹ ਮੂਵ ਨਹੀਂ ਕਰਦਾ, ਖੜੇ ਸਟੇਸ਼ਨਰੀ ਰਹੂਗਾ। ਨਿਊਕਲੀਅਸ ਐਂਡ ਅਲਫਾ ਪਾਰਟੀਕਲ ਬੋਥ ਆਰ ਟੇਕਨ ਐਜ਼ ਪੁਆਇੰਟ ਚਾਰਜਿਸ, ਦੋਨੋਂ ਨੂੰ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ, ਪੁਆਇੰਟ ਚਾਰਜ ਮੰਨ ਕੇ ਚੱਲ ਰਹੇ ਹਾਂ, ਕੋਈ ਡਾਇਮੈਂਸ਼ਨ ਨਹੀਂ ਹੈਗੀ, ਕੋਈ ਲੰਬਾਈ ਚੌੜਾਈ ਉਚਾਈ ਹੈ ਨਹੀਂ ਗੀ। ਦ ਸਕੈਟਰਿੰਗ ਇਜ਼ ਡਿਊ ਟੂ ਦ ਇਲਾਸਟਿਕ ਕੋਲੀਜ਼ਨ, ਅਤੇ ਜਿਹੜੀ ਸਕੈਟਰਿੰਗ ਹੋ ਰਹੀ ਹੈ ਅਲਫਾ ਪਾਰਟੀਕਲ ਉਹ ਖਿੰਡ ਰਹੇ ਨੇ, ਉਹ ਇਲਾਸਟਿਕ ਕੋਲੀਜ਼ਨ ਹੈ, ਉਹ ਆਪਾਂ +1 'ਚ ਪੜ੍ਹਿਆ ਸੀ, ਜਿਹਦੇ ਵਿੱਚ ਕਨੈਟਿਕ ਐਨਰਜੀ ਕੀ ਰਹਿੰਦੀ ਹੈ, ਕੰਜ਼ਰਵ ਰਹਿੰਦੀ ਹੈ। ਕਨੈਟਿਕ ਐਨਰਜੀ ਨਾ ਸਾਊਂਡ 'ਚ ਕਨਵਰਟ ਹੁੰਦੀ, ਨਾ ਹੀਟ 'ਚ ਕਨਵਰਟ ਹੁੰਦੀ। ਟੋਟਲ ਐਨਰਜੀ, ਮੋਮੈਂਟਮ ਅਤੇ ਕਨੈਟਿਕ ਐਨਰਜੀ ਕੀ ਰਹਿੰਦੀਆਂ ਨੇ, ਕੰਜ਼ਰਵ ਰਹਿੰਦੀਆਂ ਨੇ। ਸਪੋਜ਼ ਅਲਫਾ ਪਾਰਟੀਕਲ ਵਿਦ ਇਨੀਸ਼ੀਅਲ ਕਨੈਟਿਕ ਐਨਰਜੀ ਇਜ਼ ਡਾਇਰੈਕਟਡ ਟੂਵਰਡ ਦਾ ਸੈਂਟਰ ਆਫ ਦਾ ਨਿਊਕਲੀਅਸ ਆਫ ਐਨ ਐਟਮ, ਮੰਨ ਲਓ ਇੱਕ ਅਲਫਾ ਪਾਰਟੀਕਲ ਹੈ, ਉਹਦੇ ਕੋਲ ਕਨੈਟਿਕ ਐਨਰਜੀ ਹੈ, ਉਹ ਐਟਮ ਦੇ ਨਿਊਕਲੀਅਸ ਵੱਲ ਜਾ ਰਿਹਾ ਹੈ, ਤਾਂ ਕੋਲੰਬੀਅਨ ਦੋਨਾਂ ਦੇ ਉੱਪਰ ਪੋਜ਼ੀਟਿਵ ਚਾਰਜ ਹੈ, ਕੋਲੰਬੀਅਨ ਰਿਪਲਸ਼ਨ ਫੋਰਸ ਲੱਗੂਗੀ ਨਿਊਕਲੀਅਸ ਅਤੇ ਅਲਫਾ ਪਾਰਟੀਕਲ ਦੇ ਵਿਚਾਲੇ। ਕਨੈਟਿਕ ਐਨਰਜੀ ਆਫ ਦਾ ਅਲਫਾ ਪਾਰਟੀਕਲ ਗੋਜ਼ ਔਨ ਡਿਕਰੀਜ਼ਿੰਗ, ਜਿਵੇਂ ਜਿਵੇਂ ਉਹ ਨੇੜੇ ਜਾਊਗਾ ਨਿਊਕਲੀਅਸ ਦੇ, ਉਵੇਂ ਉਹਦੀ ਕਨੈਟਿਕ ਐਨਰਜੀ ਘਟਦੀ ਜਾਊਗੀ, ਅਤੇ ਕੀ ਵੱਧਦਾ ਜਾਊਗਾ, ਪੋਟੈਂਸ਼ੀਅਲ ਐਨਰਜੀ, ਪੋਟੈਂਸ਼ੀਅਲ ਐਨਰਜੀ, ਕਿਉਂਕਿ ਉਹ ਪਰਾਂ ਧੱਕਣ ਦੀ ਕੋਸ਼ਿਸ਼ ਕਰ ਰਿਹਾ ਪਰ ਫਿਰ ਵੀ ਉਹ ਜਾ ਰਿਹਾ ਇਨਰਸ਼ੀਆ ਕਰਕੇ। ਐਜ਼ ਸਰਟਨ ਡਿਸਟੈਂਸ ਆਰ ਓ 'ਤੇ ਜਾ ਕੇ ਉਹ ਰੁਕ ਜੂਗਾ, ਮਤਲਬ ਉਹਦੀ ਸਾਰੀ ਕਨੈਟਿਕ ਐਨਰਜੀ ਕੀ ਹੋ ਜੂਗੀ, ਜ਼ੀਰੋ ਹੋ ਜੂਗੀ। ਕਨੈਟਿਕ ਐਨਰਜੀ ਜ਼ੀਰੋ ਹੋ ਗਈ ਮਤਲਬ ਇਹ ਨਹੀਂ ਖਤਮ ਹੋ ਗਈ, all the kinetic energy is converted into potential energy. The particle stop and come close to the cannot be go close to the nucleus, ਇਸ ਤੋਂ ਜ਼ਿਆਦਾ ਹੋਰ ਨੇੜੇ ਨਹੀਂ ਜਾ ਸਕਦਾ। ਤਾਂ ਇਟ ਇਜ਼ ਰਿਪੈਲਡ ਬਾय ਦ ਨਿਊਕਲੀਅਸ, ਨੂੰ ਇਸ ਤੋਂ ਬਾਅਦ ਕੀ ਕਰੂਗਾ, ਨਿਊਕਲੀਅਸ ਨੂੰ ਰਿਪੈਲ ਕਰ ਦੂਗਾ, ਪਿੱਛੇ ਤੱਕ ਕਰੂਗਾ। ਰੀਟਰੇਸ ਇਟਸ ਪਾਥ, ਜਿਸ ਰਸਤੇ 'ਤੇ ਆਇਆ ਸੀ ਉਸੇ ਰਸਤੇ 'ਤੇ ਵਾਪਸ ਚਲਾ ਜਾਊਗਾ। ਟਰਨਿੰਗ ਥਰੂ ਦਾ 180 ਡਿਗਰੀ, ਜਿਵੇਂ ਪਿੱਛੇ ਆਪਾਂ ਡਾਇਗਰਾਮ 'ਚ ਦੇਖਿਆ ਕਿ 180 ਡਿਗਰੀ ਐਂਗਲ 'ਤੇ ਮੁੜ ਜੂਗਾ। ਤਾਂ ਇਹ ਜਿਹੜਾ ਡਿਸਟੈਂਸ ਹੈ ਜਿੱਥੇ ਜਾ ਕੇ ਉਹਦੀ ਕਨੈਟਿਕ ਐਨਰਜੀ ਜ਼ੀਰੋ ਹੋ ਗਈ, ਉਹ ਰੁਕ ਗਿਆ, ਇਸ ਡਿਸਟੈਂਸ ਨੂੰ ਬੋਲਾਂਗੇ ਅਸੀਂ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ, ਜਿਸ ਤੋਂ ਬਾਅਦ ਹੋਰ ਨੇੜੇ ਨਹੀਂ ਜਾ ਸਕਦਾ। ਤਾਂ ਐਟ ਦਿਸ ਡਿਸਟੈਂਸ ਕਨੈਟਿਕ ਐਨਰਜੀ ਜਿਹੜੀ ਹੈਗੀ ਉਹ ਸਾਰੀ ਕਾਹਦੇ ਵਿੱਚ ਕਨਵਰਟ ਹੋ ਗਈ, ਪੋਟੈਂਸ਼ੀਅਲ ਐਨਰਜੀ 'ਚ ਕਨਵਰਟ ਹੋ ਗਈ। ਹੁਣ ਆਪਾਂ ਨੂੰ ਪਤਾ ਹੈ ਕਿ ਦੋ ਪਾਰਟੀਕਲ ਨੇ, ਇੱਕ ਨਿਊਕਲੀਅਸ ਹੈ, ਇੱਕ ਅਲਫਾ ਪਾਰਟੀਕਲ ਹੈ। ਅਲਫਾ ਪਾਰਟੀਕਲ ਦੇ ਉੱਪਰ ਚਾਰਜ ਹੈਗਾ +2Q, ਅਤੇ ਜਿਹੜਾ ਦੂਜਾ ਨਿਊਕਲੀਅਸ ਹੈਗਾ ਉਹਦੇ ਉੱਪਰ ਹੈਗਾ ZE, ਜੇ ਸੋਨੇ ਦਾ ਤਾਂ 79E। ਤਾਂ ਉਹਨਾਂ ਦੇ ਵਿੱਚ ਪੋਟੈਂਸ਼ੀਅਲ ਵਾਲਾ ਤੁਸੀਂ ਫਾਰਮੂਲਾ ਪਹਿਲੀ ਯੂਨਿਟ 'ਚ ਪੜ੍ਹਿਆ, 1/4πε0 ਵੱਡਾ Q, ਜਿਹਦੇ ਫੀਲਡ 'ਚ ਜਾ ਰਿਹਾ ਹੈ ਛੋਟਾ ਚਾਰਜ। ਹੁਣ ਇਹ 'ਚ ਛੋਟਾ ਚਾਰਜ ਕਿਹੜਾ ਹੈ, ਅਲਫਾ ਪਾਰਟੀਕਲ, ਵੱਡਾ ਕਿਹੜਾ ਹੈ, ਗੋਲਡ ਵਾਲਾ, ਕਿਉਂਕਿ ਪੋਟੈਂਸ਼ੀਅਲ ਕੀ ਸੀਗਾ, ਦ ਅਮਾਊਂਟ ਆਫ ਵਰਕ ਡਨ ਇਨ ਬ੍ਰਿੰਗਿੰਗ ਏ ਯੂਨਿਟ ਪੋਜ਼ੀਟਿਵ ਚਾਰਜ ਫਰੋਮ ਇਨਫਿਨਿਟੀ ਟੂ ਦਾ ਦੈਟ ਪੁਆਇੰਟ ਇਨ ਦਾ ਇਲੈਕਟ੍ਰੋਸਟੈਟਿਕ ਫੀਲਡ ਆਫ ਦਾ ਸੋਰਸ ਚਾਰਜ, ਜਿਹੜਾ ਵੱਡਾ ਫੀਲਡ ਚਾਰਜ ਹੈ ਉਹਦੇ ਇਲੈਕਟ੍ਰੋਸਟੈਟਿਕ ਫੀਲਡ 'ਚ ਲੈ ਕੇ ਆਉਣਾ ਹੈ। ਤਾਂ ਆਪਾਂ ਇੱਥੇ ਦੂਜੇ ਵੱਡੇ ਚਾਰਜ ਦੇ ਕੋਲ ਜਾ ਰਹੇ, ਤਾਂ ਉਹਦਾ ਚਾਰਜ ਬਟਾ ਕੀ ਸੀਗਾ, ਡਿਸਟੈਂਸ R, ਸਕੇਅਰ ਨਹੀਂ ਹੈਗਾ, ਇਕੱਲਾ R। ਹੁਣ ਇਹ ਉਹਦੇ ਕੋਲ ਪੋਟੈਂਸ਼ੀਅਲ ਐਨਰਜੀ ਜਮ੍ਹਾਂ ਹੋ ਗਈ ਜੀ, ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਜਿਹਨੂੰ ਅਸੀਂ ਬੋਲਦੇ ਹਾਂ, ਇਹ ਜਮ੍ਹਾਂ ਹੋ ਗਿਆ। 1/4πε0 ਦਾ ਜਿਹੜਾ ਮੁੱਲ ਹੁੰਦਾ, ਅਸੀਂ ਪਹਿਲੀ ਯੂਨਿਟ 'ਚ ਪੜ੍ਹਿਆ 9 × 10⁻9 ਹੁੰਦਾ। ਹੁਣ ਜਿਹੜੀ ਪੋਟੈਂਸ਼ੀਅਲ ਐਨਰਜੀ, ਇਹਦਾ ਪੋਟੈਂਸ਼ੀਅਲ ਹੋ ਗਿਆ, ਪੋਟੈਂਸ਼ੀਅਲ ਐਨਰਜੀ ਕਿੰਨੀ ਹੋਊਗੀ, ਪੋਟੈਂਸ਼ੀਅਲ ਇਨਟੂ ਚਾਰਜ। ਇਹ ਫਾਰਮੂਲਾ ਕਿੱਥੋਂ ਆਇਆ, ਇਹ ਫਾਰਮੂਲਾ ਉਹੀ ਹੈ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਇੱਥੋਂ ਹੀ ਆਇਆ, V = W/Q, W = V × Q, ਪੋਟੈਂਸ਼ੀਅਲ ਇਨਟੂ ਚਾਰਜ = ਵਰਕ ਐਨਰਜੀ। ਤਾਂ ਪੋਟੈਂਸ਼ੀਅਲ ਐਨਰਜੀ ਇੰਨੀ ਆ ਗਈ ਜੀ, ਪੋਟੈਂਸ਼ੀਅਲ ਐਨਰਜੀ। ਹੁਣ ਕਨੈਟਿਕ ਐਨਰਜੀ ਕਿੰਨੀ ਹੈ, ਜਿਹੜਾ ਅਲਫਾ ਪਾਰਟੀਕਲ ਆ ਰਿਹਾ ਉਹਦੇ ਕੋਲੇ 1/2 mv²। ਕਨੈਟਿਕ ਐਨਰਜੀ ਹੀ ਸਾਰੀ ਕਾਹ 'ਚ ਕਨਵਰਟ ਹੋਈ ਹੈ,
पोटेंशियल च हुई है, दोनों नूं बराबर रखता तो इत्थों आर ओ की वैल्यू निकल गई। सो दिस इज़ द फार्मूला ऑफ आर ओ। ऑबवियसली रेडियस ऑफ द न्यूक्लियस मस्ट बी स्मॉलर दैन द कैलकुलेटेड वैल्यू। हुण जिहड़ी आपां कैलकुलेट वैल्यू कड्डांगे तो यह क्लोजैसट अप्रोच का डिस्टेंस है कि कितना वध तो वध एटम सॉरी अल्फा पार्टिकल उस एटम के न्यूक्लियस को जा सकिया। पर यदा मतलब ये थोड़ी है कि वो साइज़ ऑफ न्यूक्लियस है। न्यूक्लियस का साइज़ तो इस रेडियस तो इस डिस्टेंस तो की होगा छोटा होगा जिहड़ा एक्चुअल हैगा। एज कहना अल्फा पार्टिकल कदे भी न्यूक्लियस की पैरीफेरी नूं टच नहीं कर सकता, क्योंकि ये नहीं होगा कि अल्फा पार्टिकल टच करके मुड़ूगा उन्होंने। अल्फा पार्टिकल नूं तां न्यूक्लियस जिहड़ा हैगा वो दूजे एटम का पहला ही अपने कोले पहुँचण तो पहला ही रोक दूगा। ठीक है। सो इत्थों जिहड़ा ये असीं कड्डांगे ये डिस्टेंस, इत्थों सानूं थोड़ा जिहा अंदाजा हो जाऊगा भी कितना क रेडियस हो सकता हैगा। ठीक है जी। उस तो बाद साडे कोले नैक्सट टॉपिक, हाँ जी नैक्सट साडे कोल टॉपिक है इंपैक्ट पैरामीटर। इंपैक्ट पैरामीटर एक ही चीज़ है, ये डेफिनेशन इंपॉर्टेंट है जी। Impact parameter is defined as the perpendicular distance of the initial velocity vector of alpha particle from center line of the nucleus when the particle is far away from the nucleus of atom। हाँ जी की कह रहे हैं दोबारा फिर, impact parameter is defined as the perpendicular distance of initial velocity vector of alpha particle from the center line of the nucleus when particle is far away from the nucleus of the atom। हाँ ये परपेंडिकुलर डिस्टेंस है कादा, इनीशियल वेलोसिटी वैक्टर का। ठीक है। कि तो सेंट्रल लाइन तो कादी सेंट्रल लाइन अल्फा पार्टिकल दी टू द सेंटर ऑफ द न्यूक्लियस जदों वो बहुत दूर है। आ डायग्राम देख के तुहानूं समझ आ जाऊगा। आ तो हैगा टारगेट न्यूक्लियस जिहदे कोल जाना, आ अल्फा पार्टिकल दा सेंटर टू सेंटर लाइन है, अल्फा पार्टिकल दे सेंटर तो सेंटर दी। तो आ वेलोसिटी वैक्टर हुण मतलब एक्चुअल अल्फा पार्टिकल इत्थों आ रहा है, आ सेंटर लाइन है इस एटम की सेंट्रल लाइन, अल्फा पार्टिकल इस इत्थों आ रहा है। तो आ इहदा वेलोसिटी वैक्टर है, इनीशियल वेलोसिटी वैक्टर। डायग्राम दिख रही है, इनीशियल वेलोसिटी वैक्टर है ये। इत्थे अल्फा पार्टिकल आ रहा है, आ इस क्योंकि बड़ा एटम है तो न्यूक्लियस भी बड़ा होगा, तो वह सेंट्रल एटम है, सेंट्रल लाइन है। तो आ वाले वेलोसिटी वैक्टर तेरी सेंट्रल लाइन के विचाले जिहड़ा डिस्टेंस है दैट इज़ बी, दैट इज़ कॉल्ड इंपैक्ट पैरामीटर। ठीक है। शो द पाथ जी फिगर है ये पाथ ट्रैजेक्टरी शो करती है अल्फा पार्टिकल की इन द कूलम फील्ड ऑफ हैवी न्यूक्लियस। कि आ हैवी न्यूक्लियस है जो अल्फा पार्टिकल दे कोल आ रहा है तो ट्रैजेक्टरी किधर नूं चला जाऊगा है, क्योंकि जो देखो ये पैरीफेरी वाल आ रहा है। एक जो इत्थे हैगा तो टच एक कोशिश करूँगा भी इन्हूं टच करा, पर क्योंकि ये रिपल्शन करके तो रस्ता की मुड़ जूगा। तो इंपैक्ट पैरामीटर बी एंड स्कैटरिंग एंगल थीटा आर आल्सो शोन इन द एंगल डायग्राम। तो आ तो हो गया इंपैक्ट पैरामीटर बी, आ हैगा स्कैटरिंग एंगल किन्ने एंगल ते मुड़ गया। फॉर लार्ज इंपैक्ट पैरामीटर फोर्स एक्सपीरियंस बाय द अल्फा पार्टिकल इज़ वीक बिकॉज हुण देखो जिन्ना आ डिस्टेंस ज़्यादा होगा, समझो तो सानूं वैसे ही क्लीयर है, जिन्ना डिस्टेंस ज़्यादा हो जाऊगा इंपैक्ट पैरामीटर ज़्यादा हो जाऊगा, यदा डिस्टेंस बढ़ जाऊगा, फिर दूजा जो ये ज़्यादा हो गया तो इत्थों लंघूगा। तो जिन्ना डिस्टेंस ज़्यादा हो गया टारगेट न्यूक्लियस तो अल्फा पार्टिकल का उन्नी फोर्स की लगूगी तो घट लगूगी। ठीक है। उन्नी फोर्स तो घट लगनी है। जिन्ना ये डिस्टेंस घट होगा मतलब सीधा हिट करने की कोशिश करूँगा टारगेट न्यूक्लियस नूं, उन्नी फोर्स तो ज़्यादा लगूगी। इंपैक्ट पैरामीटर ज़्यादा होगा, अल्फा पार्टिकल विल डेविएट थ्रू द मच स्मॉलर एंगल। जिन्ना आ वैल्यू ज़्यादा है उन्ना ही एंगल थोड़ा होगा, जिन्नी ये वैल्यू घट है उन्ना ही एंगल ज़्यादा होगा। क्लीयर है। तो इंपैक्ट पैरामीटर सानूं ये दसदा है कि उहदे पर स्कैटरिंग एंगल कितना होगा। जो इंपैक्ट पैरामीटर की वैल्यू घट है तो स्कैटरिंग एंगल ज़्यादा होगा, इंपैक्ट पैरामीटर की वैल्यू ज़्यादा स्कैटरिंग एंगल घट होगा। तो आ जी फिगर है ये शो कर रही थ्योरेटिकली कैलकुलेटेड पाथ ऑफ अल्फा पार्टिकल मूविंग विद स्पीड 1.63 10⁻⁷ मीटर पर सैकेंड इन द कूलम फील्ड ऑफ गोल्ड न्यूक्लियस। तो इन्नी स्पीड नाल जिहड़े अल्फा पार्टिकल जा रहे हैं उन्हों का रस्ता जिहड़ा हैगा देखो जिन्ना इंपैक्ट पैरामीटर देखो आ इंपैक्ट पैरामीटर घट है ये ज़्यादा एंगल ते मुड़ रहा है, आ थोड़ा जिहा होर दूर हो गया घट एंगल, ये होर हो गया घट एंगल ते, आ जिहड़ा बहुत दूर ती लंघ रहा है ये बहुत घट एंगल ते मुड़े। ठीक है। तो इत्थे सानूं सिर्फ इन्ना समझने की लोड़ है कि इंपैक्ट पैरामीटर हुंदा की है तो सानूं दसदा की है। हाँ जी। तो आ सानूं इंपैक्ट पैरामीटर की वैल्यू दी गई है। रदरफोर्ड कैलकुलेटर द रिलेशन बिटवीन द इंपैक्ट पैरामीटर एंड द स्कैटरिंग एंगल। ठीक है। सो ई जिहड़ा हैगा वो कनेटिक एनर्जी है। तो ये इक्वेशन जिहड़ी हैगी अल्फा पार्टिकल
क्लोज टू द न्यूक्लियस विल हैव अ लार्ज डिफ्लैक्शन, जिन्ना नेड़े होऊगा न्यूक्लियस दे एट अल्फा पार्टिकल उन्ना ही थीटा ज़्यादा होऊगा, स्कैटरिंग एंगल ज़्यादा होऊगा। इफ काइनेटिक एनर्जी ई ऑफ द अल्फा पार्टिकल इज लार्ज, इंपैक्ट पैरामीटर कैन बी स्मॉल फॉर द सेम डिफ्लैक्शन। ठीक है, जे कनेटिक एनर्जी है ना ज़्यादा होगी, सुनो देखो बी तो ई रेसिप्रोकल ने, जे ई ज़्यादा होगी तो सिंपल जी गल है बी घट जूगा। ठीक है, बी की वैल्यू की है घट जूगी, सेम एंगल वास्ते बी की वैल्यू घट जूगी। मतलब कनेटिक एनर्जी नाल भी जिहड़ा हैगा कल्ला इंपैक्ट पैरामीटर नाल एंगल ते डिपेंड नहीं करता, कनेटिक एनर्जी ते भी डिपेंड करता है। तो कनेटिक एनर्जी जिहड़ी हैगी है वो ज़्यादा है तो इंपैक्ट पैरामीटर थोड़ा होगा, उसकी वैल्यू घट होगी, तो नाल एंगल भी की होगा घट होगा। So as alpha beam is beam of alpha particle has some distribution of impact parameter, therefore beam is scattered in various direction with the different probabilities। ਤਾਂ alpha particle ਜਿਹੜੇ ਉਹਦਾ ਅਲੱਗ-ਅਲੱਗ ਇੰਪੈਕਟ ਪੈਰਾਮੀਟਰ ਹੈ ਤਾਂ ਉਹ ਅਲੱਗ-ਅਲੱਗ ਡਾਇਰੈਕਸ਼ਨ ਦੇ ਵਿੱਚ ਖਿੰਡ ਜਾਂਦੇ ਨੇ। ਹੁਣ ਆ ਗਿਆ ਰਦਰਫੋਰਡ ਦਾ ਮਾਡਲ, ਇੰਪੋਰਟੈਂਟ ਹੈ, ਪੁੱਛ ਲਿਆ ਜਾਂਦਾ ਕਈ ਵਾਰੀ ਪੇਪਰ 'ਚ। ਕੀ ਦੱਸਿਆ ਉਹ ਐਕਸਪੈਰੀਮੈਂਟ ਕਰਨ ਤੋਂ ਬਾਅਦ ਰਦਰਫੋਰਡ ਨੇ ਐਟਮ ਬਾਰੇ ਕਿਹੜੀਆਂ-ਕਿਹੜੀਆਂ ਗੱਲਾਂ ਕਹੀਆਂ, ਦੈਟ ਇਜ਼ ਕਾਲਡ ਰਦਰਫੋਰਡ ਐਟੋਮਿਕ ਮਾਡਲ। ਤਾਂ ਪਹਿਲੀ ਗੱਲ ਉਹਨੇ ਕਹੀ ਐਵਰੀ ਐਟਮ ਕੰਸਿਸਟ ਆਫ ਟਿਨੀ ਸੈਂਟਰਲ ਕੋਰ, ਹਰੇਕ ਐਟਮ 'ਚ ਇੱਕ ਛੋਟਾ ਜਿਹੀ ਕੋਰ ਵਾਲਾ ਭਾਗ ਹੈ ਸੈਂਟਰ ਦੇ ਵਿੱਚ ਜਿਹਨੂੰ ਨਿਊਕਲੀਅਸ ਕਹਿੰਦੇ ਆ, ਅਤੇ ਸਾਰਾ ਪੋਜ਼ਿਟਿਵ ਚਾਰਜ ਆਲਮੋਸਟ ਇੰਟਾਇਰ ਮਾਸ, ਸਾਰੇ ਦਾ ਸਾਰਾ ਪੋਜ਼ਿਟਿਵ ਚਾਰਜ, ਸਾਰੇ ਦਾ ਸਾਰਾ ਮਾਸ ਇਸ ਨਿਊਕਲੀਅਸ ਦੇ ਵਿੱਚ ਕੰਸਨਟਰੇਟਡ ਹੁੰਦਾ, ਇੱਥੇ ਜਮ੍ਹਾਂ ਹੁੰਦਾ। ਨਿਊਕਲੀਅਸ ਦਾ ਜਿਹੜਾ ਸਾਈਜ਼ ਹੈ ਉਹ 10⁻⁻15 ਮੀਟਰ ਦੇ ਬਰਾਬਰ ਹੈ, ਐ ਇਜ਼ ਵੈਰੀ ਮੱਚ ਸਮਾਲ ਐਜ਼ ਕੰਪੇਅਰ ਟੂ ਸਾਈਜ਼ ਆਫ ਦਾ ਐਟਮ 10⁻10 ਮੀਟਰ। ਐਟਮ ਦਾ ਜਿਹੜਾ ਸਾਈਜ਼ ਹੈ 10⁻10 ਮੀਟਰ ਹੈ, ਨਿਊਕਲੀਅਸ ਦਾ ਸਾਈਜ਼ ਹੈ ਜਿਹੜਾ 10⁻15 ਮੀਟਰ ਹੈ। ਮਤਲਬ ਨਿਊਕਲੀਅਸ ਦਾ ਸਾਈਜ਼ ਐਟਮ ਦੇ ਸਾਈਜ਼ ਨਾਲੋਂ 1 ਲੱਖ ਗੁਣਾ ਛੋਟਾ ਹੈ, ਜੋ ਕਿ ਬਹੁਤ 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 ਜ਼ਿਆਦਾ ਛੋਟਾ ਹੋ ਗਿਆ। ਤਾਂ ਇਹ ਮੰਨ ਕੇ ਚੱਲੋ ਕਿ 1 ਲੱਖ ਗੁਣਾ ਜਿਹੜੀ ਚੀਜ਼ ਛੋਟੀ ਹੈ ਅਤੇ ਬਾਕੀ ਜਗ੍ਹਾ ਕੀ ਹੈ, ਖਾਲੀ ਹੈ। ਠੀਕ ਹੈ, ਜਗ੍ਹਾ ਨਿਊਕਲੀਅਸ ਅਤੇ ऑर्बिटल्स ਦੀ ਜਿਹੜੀ ਵਿਚਾਲੇ ਖਾਲੀ ਜਗ੍ਹਾ ਉਹ। ਦ ਐਟੋਮਿਕ ਨਿਊਕਲੀਅਸ ਇਜ਼ ਸਰਾਊਂਡਡ ਬਾਈ ਦ ਸਰਟਨ ਨੰਬਰ ਆਫ ਇਲੈਕਟ੍ਰੋਨ। ਨਿਊਕਲੀਅਸ ਦੇ ਆਸੇ ਪਾਸੇ ਕੀ ਨੇ, ਇਲੈਕਟ੍ਰੋਨ ਨੇ। ਠੀਕ ਹੈ, ਉਹਦੇ ਆਲੇ ਦੁਆਲੇ ਘੁੰਮ ਰਹੇ ਨੇ। ਐਨ ਐਟਮ ਐਨ ਹੋਲ ਇਜ਼ ਐਨ ਇਲੈਕਟ੍ਰੀਕਲੀ ਨਿਊਟਰਲ। ਇੱਕ ਐਟਮ ਜਿਹੜਾ ਹੁੰਦਾ ਉਹ ਨਿਊਟਰਲ ਹੁੰਦਾ। ਪਹਿਲਾਂ ਆਪਾਂ ਗੱਲ ਕਰ ਚੁੱਕੇ, ਥਾਮਸਨ ਨੇ ਇਹਦੇ ਬਾਰੇ ਦੱਸਤਾ ਸਾਨੂੰ ਕਿ ਪੋਜ਼ੀਟਿਵ ਅਤੇ ਨੈਗੇਟਿਵ ਚਾਰਜ ਬਰਾਬਰ ਹੈ। ਹੁਣ ਆਪਾਂ ਕੀ ਕਿਹਾ, ਨਿਊਕਲੀਅਸ 'ਚ ਪੋਜ਼ੀਟਿਵ ਚਾਰਜ ਹੈ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਨੈਗੇਟਿਵ ਚਾਰਜ ਵੀ ਹੋਊਗਾ। ਉਹ ਨੈਗੇਟਿਵ ਚਾਰਜ ਕਿਤੇ ਹੈ, ਇਲੈਕਟ੍ਰੋਨ 'ਤੇ ਹੈ, ਅਤੇ ਉਹ ਕਿੱਥੇ ਨੇ, ਨਿਊਕਲੀਅਸ ਦੇ ਦੁਆਲੇ ਚੱਕਰ ਕੱਢਦੇ ਨੇ, ਜਿਸ ਤਰ੍ਹਾਂ ਸੂਰਜ ਦੁਆਲੇ ਗ੍ਰਹਿ ਕੱਢਦੇ ਨੇ। ਤਾਂ ਇਲੈਕਟ੍ਰੋਨ ਰਿਵੋਲਵ ਅਰਾਊਂਡ ਦਾ ਨਿਊਕਲੀਅਸ ਇਨ ਵੇਰੀਅਸ ਸਰਕੂਲਰ ਆਰਬਿਟਲ, ਅਲੱਗ-ਅਲੱਗ ਗੋਲ ਰਸਤਿਆਂ ਦੇ ਵਿੱਚ ਘੁੰਮਦੇ ਨੇ, ਜਿਸ ਤਰ੍ਹਾਂ ਗ੍ਰਹਿ ਘੁੰਮਦੇ ਨੇ ਸੂਰਜ ਦੁਆਲੇ। ਤਾਂ ਸੈਂਟਰੀਪੀਟਲ ਜਿਹੜੀ ਫੋਰਸ, ਦੇਖੋ ਪਤਾ ਹੀ ਹੈ ਤੁਹਾਨੂੰ, ਗ੍ਰਹਿ ਜਿਹੜੇ ਘੁੰਮਦੇ ਨੇ ਸੂਰਜ ਦੁਆਲੇ, ਆਪਾਂ ਗੱਲ ਕਰ ਚੁੱਕੇ ਹਾਂ +1 ਦੇ ਵਿੱਚ ਕਿ ਉਹਨੂੰ ਘੁਮਾਉਣ ਦੇ ਵਾਸਤੇ ਕਿਹੜੀ ਫੋਰਸ ਕੰਮ ਕਰਦੀ ਹੈ, ਗ੍ਰੈਵੀਟੇਸ਼ਨਲ ਫੋਰਸ। ਅਤੇ ਘੁੰਮਣ ਵਾਸਤੇ ਜਿਹੜੀ ਫੋਰਸ ਚਾਹੀਦੀ ਹੁੰਦੀ, ਜਿਹੜੀ ਘੁੰਮਣ ਵਾਸਤੇ ਮਜਬੂਰ ਕਰਦੀ, ਸੈਂਟਰੀਪੀਟਲ ਫੋਰਸ ਹੈ। ਤਾਂ ਗ੍ਰੈਵੀਟੇਸ਼ਨਲ ਫੋਰਸ ਹੀ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਕਰਦੀ ਹੈ। ਤਾਂ ਇੱਥੇ ਸੈਂਟਰੀਪੀਟਲ ਫੋਰਸ ਕੌਣ ਪ੍ਰੋਵਾਈਡ ਕਰ ਰਿਹਾ ਹੋਊਗਾ, ਸਮਝੋ ਆਪਣੇ ਆਪ। ਨਿਊਕਲੀਅਸ 'ਤੇ ਪੋਜ਼ੀਟਿਵ ਚਾਰਜ ਹੈ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੈ। ਦੋ ਓਪੋਜ਼ਿਟਲੀ ਚਾਰਜਡ ਜਿਹੜੇ ਚੀਜ਼ਾਂ ਨੇ, ਪਾਰਟੀਕਲ ਨੇ, ਉਹ ਕੀ ਕਰਨਗੀਆਂ, ਅਟਰੈਕਟ ਕਰ ਰਹੀਆਂ। ਜਿਵੇਂ ਗ੍ਰੈਵੀਟੇਸ਼ਨਲ ਫੋਰਸ ਵਿੱਚ ਸੂਰਜ 'ਤੇ ਗ੍ਰਹਿ ਅਟਰੈਕਟ ਕਰਦੇ ਨੇ, ਤਾਂ ਇੱਥੇ ਵੀ ਫੋਰਸ ਆਫ ਅਟਰੈਕਸ਼ਨ ਹੈਗੀ ਹੈ। ਤਾਂ ਇਹ ਜਿਹੜੀ ਇਲੈਕਟ੍ਰੋਸਟੈਟਿਕ ਨੂੰ ਬੋਲਦੇ ਅਸੀਂ, ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ। ਕੀ ਨਾਮ ਇਹਦਾ, ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ। ਚਾਰਜਿਸ ਦੇ ਵਿਚਾਲੇ, ਓਪੋਜ਼ਿਟ ਚਾਰਜਿਸ ਦੇ ਵਿਚਾਲੇ ਫੋਰਸ ਆਫ ਅਟਰੈਕਸ਼ਨ ਹੁੰਦੀ ਹੈ, ਸੇਮ ਚਾਰਜਿਸ ਦੇ ਵਿਚਾਲੇ ਫੋਰਸ ਆਫ ਰਿਪਲਸ਼ਨ ਹੁੰਦੀ ਹੈ। ਤਾਂ ਇੱਥੇ ਜਿਹੜੇ ਨਿਊਕਲੀਅਸ ਦੇ ਉੱਪਰ ਪੋਜ਼ੀਟਿਵ ਚਾਰਜ ਹੈ, ਇਲੈਕਟ੍ਰੋਨ 'ਤੇ ਨੈਗੇਟਿਵ ਚਾਰਜ ਹੈ। ਤਾਂ ਇਲੈਕਟ੍ਰੋਸਟੈਟਿਕ ਫੋਰਸ ਆਫ ਜਿਹੜੀ ਅਟਰੈਕਸ਼ਨ ਹੈ ਇਹ ਪ੍ਰੋਵਾਈਡ ਕਰਦੀ ਹੈ ਸੈਂਟਰੀਪੀਟਲ ਫੋਰਸ ਫॉर द ਰੈਵੋਲੂਸ਼ਨ ਆਫ ਇਲੈਕਟ੍ਰੋਨ ਅਰਾਊਂਡ ਦਾ ਨਿਊਕਲੀਅਸ। ਕਲੀਅਰ ਹੈ ਜੀ, ਇਹ ਸੀ ਸਾਡੇ ਕੋਲ ਰਦਰਫੋਰਡ ਦਾ ਐਟੋਮਿਕ ਮਾਡਲ। ਫਿਰ ਇਲੈਕਟ੍ਰੋਨ ਔਰਬਿਟ ਦੀ ਗੱਲ ਕਰਦਾ ਜੀ ਇਹ। ਹੁਣ ਦੇਖੋ ਸੈਂਟਰੀਪੀਟਲ ਫੋਰਸ ਅਤੇ ਇਲੈਕਟ੍ਰੋਸਟੈਟਿਕ ਫੋਰਸ, ਮੈਂ ਤੁਹਾਨੂੰ ਉੱਪਰ ਹੀ ਗੱਲ ਕਰਕੇ ਹਟਿਆ ਕਿ ਜਿਹੜੀ ਸੈਂਟਰੀਪੀਟਲ ਫੋਰਸ ਪ੍ਰੋਵਾਈਡ ਹੋ ਰਹੀ ਹੈ ਘੁੰਮਣ ਵਾਸਤੇ, ਜੋ ਕਿ ਕਿਸੇ ਵੀ ਚੀਜ਼ ਨੂੰ ਘੁੰਮਣ ਵਾਸਤੇ ਚਾਹੀਦੀ ਹੁੰਦੀ ਹੈ, ਉਹ ਕੌਣ ਪ੍ਰੋਵਾਈਡ ਕਰ ਰਿਹਾ, ਇਲੈਕਟ੍ਰੋਸਟੈਟਿਕ ਫੋਰਸ ਪ੍ਰੋਵਾਈਡ ਕਰ ਰਿਹਾ। ਹੁਣ ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਹੈ, ਕੂਲਮ ਦਾ ਲਾ ਦੱਸੂ ਸਾਨੂੰ, 1/4πε0 Q1 Q2/r ਦੀ 2। ਦੇਖੋ 1/4πε0 Q1 Q2/r ਦੀ 2। ਠੀਕ ਹੈ, ਤਾਂ ਜਿਹੜੀ ਸੈਂਟਰੀਪੀਟਲ ਫੋਰਸ ਹੈ ਉਹਦਾ ਫਾਰਮੂਲਾ ਯਾਦ ਕਰੋ +1 'ਚ, mv²/r। ਠੀਕ ਹੈ ਜੀ, ਤਾਂ ਇੱਥੋਂ ਆਪਾਂ ਨੇ ਆਰ ਦੀ ਵੈਲਿਊ ਜਿਹੜੀ ਉਹ ਫਾਈਂਡ ਕਰ ਲਈ, ਆਰ ਦੀ ਵੈਲਿਊ ਫਾਈਂਡ ਕਰ ਲਈ। ਇਸ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਆਪਣੇ ਕੋਲ ਕੀ ਹੈ, ਕਨੈਟਿਕ ਐਨਰਜੀ ਕਿੰਨੀ ਹੁੰਦੀ ਹੈ, ½ mv²। ਤਾਂ ਕੇ ਦੀ ਵੈਲਿਊ E² 8πε0r 6 ਜਿਹੜੀ ਇਕੁਏਸ਼ਨ ਨੰਬਰ ਹੈ ਉਹ ਵੈਲਿਊ ਉਹਦੀ ਆਪਾਂ ਇੱਥੇ ਯੂਜ਼ ਕਰ ਲਈ। ਇੱਥੋਂ v² ਦੀ ਵੈਲਿਊ ਪੁੱਟ ਕੱਢ ਕੇ ਆਪਾਂ ਨੇ ਇੱਥੇ ਪੁੱਟ ਕਰਤੀ। v² ਦੀ ਵੈਲਿਊ ਪਿੱਛੇ ਜਿਹੜਾ ਆਪਾਂ ਨੇ
ਸੈਂਟਰੀਪੀਟਲ ਫੋਰਸ ਤੇ ਇਲੈਕਟ੍ਰੋਸਟੈਟਿਕ ਫੋਰਸ ਨੂੰ ਬਰਾਬਰ ਕੀਤਾ ਸੀ, ਉੱਥੋਂ ਵੀ ਸਕੇਅਰ ਦੀ ਵੈਲਿਊ ਫਾइंड ਕਰਕੇ ਉਹ ਇਹਦੇ ਵਿੱਚ ਪੁੱਟ ਕਰਤੀ ਆਪਾਂ ਨੇ, ਤਾਂ ਆਪਣੇ ਕੋਲ ਆਹ ਰਿਲੇਸ਼ਨ ਆ ਗਈ, E ਸਕੇਅਰ ਬਟਾ 8 ਪਾਈ ਐਪਸਿਲਨ ਨੋਟ R ਆ ਗਿਆ। ਪੋਟੈਂਸ਼ੀਅਲ ਐਨਰਜੀ ਪਹਿਲਾਂ ਹੀ ਕਰ ਚੁੱਕੇ ਆਪਾਂ ਫਾਰਮੂਲਾ, ਪੋਟੈਂਸ਼ੀਅਲ ਇੰਟੂ ਚਾਰਜ 1/4 ਪਾਈ ਐਪਸਿਲਨ ਨੋਟ Q ਬਟਾ R ਇੰਟੂ ਚਾਰਜ। ਤਾਂ ਚਾਰਜ ਜਿਹੜਾ ਇਲੈਕਟ੍ਰੋਨ ਦੇ ਉੱਪਰ ਕੀ ਹੈ, ਨੈਗੇਟਿਵ ਹੁੰਦਾ ਹੈ। ਹੁਣ ਇੱਥੇ ਜਿਹੜੀ ਐਗਜ਼ਾਮਪਲ ਲੈ ਕੇ ਚੱਲ ਰਿਹਾ ਨਾ, ਉਹ ਐਗਜ਼ਾਮਪਲ ਕਾਹਦੀ ਲੈ ਕੇ ਚੱਲ ਰਿਹਾ, ਹਾਈਡਰੋਜਨ ਐਟਮ ਦੀ ਲੈ ਕੇ ਚੱਲ ਰਿਹਾ। ਸਮਝੋ ਇੱਥੇ ਜਿਹੜੀ ਮੈਂ ਐਗਜ਼ਾਮਪਲ ਇਹ ਲਿਖ, ਜੋ ਵੀ ਮੈਂ એનર્ਜੀ ਦੀ ਵੈਲਿਊ ਕੱਢ ਰਿਹਾ, ਵੈਲੋਸਿਟੀ ਦੀ ਕੱਢ ਰਿਹਾ, ਆਰ ਦੀ ਕੱਢ ਰਿਹਾ, ਦਿਸ ਇਜ਼ ਫॉर ਦਾ ਹਾਈਡਰੋਜਨ ਐਟਮ। ਹਾਈਡਰੋਜਨ ਦੇ ਵਿੱਚ ਨਿਊਕਲੀਅਸ ਦੇ ਉੱਪਰ ਵੀ +1 ਚਾਰਜ ਹੁੰਦਾ ਤੇ ਇਲੈਕਟ੍ਰੋਨ ਦੇ ਉੱਪਰ -1 ਹੁੰਦਾ। ਇਸੇ ਕਰਕੇ ਆਪਾਂ ਉੱਥੇ ਇਲੈਕਟ੍ਰੋਸਟੈਟ ਜਿਹੜਾ ਕੂਲਮ ਦਾ ਫਾਰਮੂਲਾ ਲਿਖਿਆ 1/4 ਪਾਈ ਐਪਸਿਲਨ ਨੋਟ E ਗੁਣਾ E ਜਿੰਨਾ ਚਾਰਜ ਨਿਊਕਲੀਅਸ ਤੇ 1 प्लस ਦਾ, ਉਨਾ ਹੀ ਚਾਰਜ ਇਲੈਕਟ੍ਰੋਨ ਤੇ 1 माइनस ਦਾ। ਠੀਕ ਹੈ, ਬਰਾਬਰ ਚਾਰਜ ਹੁੰਦੇ, ਪਲੱਸ ਤੇ ਮਾਈਨਸ ਦਾ ਫਰਕ ਹੁੰਦਾ ਸਿਰਫ। ਤਾਂ ਇੱਥੇ ਗੁਣਾ ਮਾਈਨਸ ਕਿਉਂ ਕੀਤਾ ਆਪਾਂ ਨੇ, -E ਕੀਤਾ ਕਿਉਂਕਿ ਇਲੈਕਟ੍ਰੋਨ ਦੀ ਪੋਟੈਂਸ਼ੀਅਲ ਐਨਰਜੀ ਦੀ ਗੱਲ ਹੋ ਰਹੀ ਹੈ, ਇਕੱਲੇ ਇਲੈਕਟ੍ਰੋਨ ਦੀ। ਤਾਂ ਨੈਗੇਟਿਵ ਚਾਰਜ ਸ਼ੋ ਕਰਦਾ ਹੈ ਇਲੈਕਟ੍ਰੋਨ ਇਜ਼ ਬਾਉਂਡ ਟੂ ਦਾ ਪੋਜ਼ੀਟਿਵ ਚਾਰਜ ਨਿਊਕਲੀਅਸ, ਕਿ ਨੈਗੇਟਿਵ ਚਾਰਜ ਇਹ ਦੱਸ ਰਿਹਾ ਸਾਨੂੰ ਕਿ ਜਿਹੜਾ ਇਲੈਕਟ੍ਰੋਨ ਹੈ ਉਹ ਬਾਉਂਡ ਹੈ, ਨਿਊਕਲੀਅਸ ਨਾਲ ਜੁੜਿਆ ਹੋਇਆ ਹੈ, ਜਿਹਨੂੰ ਬਾਉਂਡਿੰਗ ਸਿਸਟਮ ਕਹਿੰਦੇ ਆ। ਤਾਂ ਟੋਟਲ ਐਨਰਜੀ ਕੱਢ ਲਓ, ਕਨੈਟਿਕ ਪਲੱਸ ਪੋਟੈਂਸ਼ੀਅਲ, ਇਹ 8 ਪਾਈ ਐਪਸਿਲਨ ਨੋਟ R ਦੀ 2 ਹੈ -4, ਮਤਲਬ ਆਹ ਵਾਲੀ ਟਰਮ ਇਹਦੇ ਨਾਲੋਂ ਅੱਧੀ ਹੈ, ਤਾਂ ਕੀ ਬਚ ਗਿਆ -E ਦੀ 2 ਬਟਾ 8 ਪਾਈ ਐਪਸਿਲਨ ਨੋਟ R। ਸੋ ਦੇਅਰਫੋਰ ਟੋਟਲ ਐਨਰਜੀ ਜਿਹੜੀ ਹੈਗੀ ਹਾਈਡਰੋਜਨ ਐਟਮ ਦੀ ਕੀ ਹੈ, ਨੈਗੇਟਿਵ ਹੈ। ਨੈਗੇਟਿਵ ਦਾ ਮਤਲਬ ਉੱਪਰ ਗੱਲ ਦੱਸ ਕੇ ਹਟਿਆ ਕਿ ਜੇ ਟੋਟਲ ਐਨਰਜੀ ਨੈਗੇਟਿਵ ਹੋਵੇ ਤਾਂ ਆਪਾਂ ਬੋਲਾਂਗੇ ਇਲੈਕਟ੍ਰੋਨ ਇਜ਼ ਬਾਉਂਡ ਟੂ ਨਿਊਕਲੀਅਸ, ਉਹਦੇ ਨਾਲ ਬੰਨਿਆ ਹੋਇਆ। ਠੀਕ ਹੈ, ਸੋ ਇਲੈਕਟ੍ਰੋਨ ਫਰੀ ਨਹੀਂ ਹੈਗਾ ਕਿ ਉਹ ਕਦੇ ਵੀ ਛੱਡ ਕੇ ਇਹਨੂੰ ਚਲਾ ਜਾਵੇ ਔਰਬਿਟ ਨੂੰ, ਉਹ ਉਹਦੇ ਨਾਲ ਪੱਕੇ ਤੌਰ 'ਤੇ ਕੀ ਹੈ, ਜੁੜਿਆ ਹੋਇਆ। ਕਲੀਅਰ ਹੈ ਜੀ। ਅਗਲਾ ਸਾਡੇ ਕੋਲ ਜਿਹੜਾ ਹੈ ਐਟੋਮਿਕ ਸਪੈਕਟਰਾ, ਜਿਹਦੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਐਟੋਮਿਕ ਸਪੈਕਟਰਾ, ਠੀਕ ਹੈ, ਐਟੋਮਿਕ ਸਪੈਕਟਰਾ ਜਿਹੜਾ ਹੈਗਾ ਕਿ ਥੋਮਸਨ ਇਹਨੂੰ ਐਕਸਪਲੇਨ ਨਹੀਂ ਕਰ ਪਾਇਆ। ਵੈਨ ਐਨ ਐਟਮ atomic gas or vapor at a low pressure is excited usually by passing electric current through the gas or vapor emit radiation of certain specific wavelength only। ਕੀ ਮਤਲਬ, ਕਹਿੰਦਾ ਜੇਕਰ ਆਪਾਂ ਕਿਸੇ ਗੈਸ ਦੇ ਕਿਸੇ ਐਟਮ ਨੂੰ ਗੈਸ 'ਚ ਬਦਲ ਲਈਏ ਜਾਂ ਉਹਦੇ ਆਪਾਂ ਵੇਪਰ ਲੈ ਲਈਏ ਅਤੇ ਉਹਨੂੰ ਆਪਾਂ ਕਿਸੇ ਟਿਊਬ ਵਗੈਰਾ 'ਚ ਭਰ ਕੇ ਉਹਦੇ ਵਿੱਚੋਂ ਦੀ ਆਪਾਂ ਕੀ ਕਰਦੇ ਹਾਂ, ਇਲੈਕਟ੍ਰਿਕ ਡਿਸਚਾਰਜ ਆਪਾਂ ਉਹਦੇ ਵਿੱਚ ਦੀ ਪਾਸ ਕਰਦੇ ਹਾਂ, ਕਰੰਟ ਪਾਸ ਕਰਦੇ ਹਾਂ, ਤਾਂ ਕੀ ਹੁੰਦਾ ਹੈ, ਉਹ ਵੇਪਰ ਨੇ ਜਿਹੜੇ ਜਾਂ ਗੈਸ ਹੈ ਉਹ ਗਲੋ ਕਰਨ ਲੱਗ ਜਾਂਦੀ ਹੈ, ਉਹ ਰੇਡੀਏਸ਼ਨ ਛੱਡਦੀ ਹੈ। ਅਤੇ ਉਹ ਜਿਹੜੀ ਰੇਡੀਏਸ਼ਨ ਛੱਡਦੀ ਹੈ ਉਹ ਕੁਝ ਖਾਸ ਵੇਵਲੈਂਥ ਦੀ ਹੁੰਦੀ ਹੈ। ਇਹ ਨਹੀਂ ਹੁੰਦਾ ਕਿ ਉਹ 'ਚ ਬਹੁਤ ਸਾਰੀਆਂ ਵੇਵਲੈਂਥ ਹੋਣਗੀਆਂ, ਉਹ ਰੇਡੀਏਸ਼ਨ ਇੱਕ ਪਰਟੀਕੂਲਰ ਵੇਵਲੈਂਥ ਦੀਆਂ ਹੋਣਗੀਆਂ, ਫਿਕਸ ਵੇਵਲੈਂਥ ਦੀਆਂ। ਮਤਲਬ ਉਹ ਪਰਟੀਕੂਲਰ ਗੈਸ, ਉਹ ਪਰਟੀਕੂਲਰ ਐਟਮ ਦੇ ਵੇਪਰ ਇੱਕੋ ਹੀ ਵੇਵਲੈਂਥ ਵਾਲੀ ਰੇਡੀਏਸ਼ਨ ਛੱਡਣਗੇ ਜਦੋਂ ਆਪਾਂ ਉਹਦੇ ਵਿੱਚੋਂ ਇਲੈਕਟ੍ਰਿਕ ਕਰੰਟ ਪਾਸ ਕਰਾਂਗੇ। ਇਹ ਨਹੀਂ ਕਿ ਹਰ ਵਾਰੀ ਅਲੱਗ-ਅਲੱਗ ਤਰ੍ਹਾਂ ਦੀ ਵੇਵਲੈਂਥ ਵਾਲੀ ਰੇਡੀਏਸ਼ਨ ਨਿਕਲਣਗੀਆਂ। ਸੋ ਸਪੈਕਟਰਮ ਆਫ ਦਿਸ ਕਾਈਂਡ ਇਜ਼ ਨੋਨ ਐਜ਼ ਦਾ ਲਾਈਨ ਅਮਿਸ਼ਨ ਸਪੈਕਟਰਾ। ਤਾਂ ਜਿਹੜਾ ਸਪੈਕਟਰਾ ਆਪ ਨੂੰ ਜੋ ਪਤਾ ਲੱਗਿਆ ਵੀ ਕਿਸ ਵੇਵਲੈਂਥ ਦੀ ਆਪਣੇ ਕੋਲ ਆਈ ਹੈ ਇਹ ਰੇਡੀਏਸ਼ਨ, ਤਾਂ ਉਹਦੇ ਨਾਲ ਜਿਹੜਾ ਆਪਾਂ ਸਪੈਕਟਰਾ ਬਣਦਾ, ਸਪੈਕਟਰਾ ਮਤਲਬ ਹੁੰਦਾ ਅਲੱਗ-ਅਲੱਗ ਵੇਵਲੈਂਥ ਦਾ ਇੱਕ ਰੇਡੀਏਸ਼ਨ ਦਾ ਇੱਕ ਆਰਡਰ, ਉਹਨੂੰ ਬੋਲਦੇ ਹਾਂ ਸਪੈਕਟਰਾ। ਤਾਂ ਇਹ ਸਾਡੇ ਉਹਨੂੰ ਬੋਲਦੇ ਲਾਈਨ ਅਮਿਸ਼ਨ ਸਪੈਕਟਰਾ। ਮਤਲਬ ਕਿ ਸਾਡੇ ਕੋਲ ਦੇਖੋ ਇਸ ਤਰ੍ਹਾਂ ਦੀਆਂ ਲਾਈਨਾਂ ਆ ਰਹੀਆਂ ਨੇ, ਇਸ ਤਰ੍ਹਾਂ ਦੀਆਂ ਲਾਈਨਾਂ ਅਲੱਗ-ਅਲੱਗ ਲਾਈਟ ਦੇ ਵਿੱਚ। ਠੀਕ ਹੈ, ਅਲੱਗ-ਅਲੱਗ ਜਿਹੜੇ ਐਟਮ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਲਾਈਨਾਂ ਨੇ ਜਿਹੜੀਆਂ ਸ਼ੋਅ ਕਰਦੇ ਨੇ। ਇਟ ਕੰਸਿਸਟ ਆਫ ਫਿਊ ਬਰਾਈਟਰ ਲਾਈਨ ਔਨ ਦਾ ਡਾਰਕ ਬੈਕਗਰਾਊਂਡ। ਤਾਂ ਸਪੈਕਟਰਾ 'ਚ ਸਾਨੂੰ ਦੇਖਣ ਨੂੰ ਕੀ ਮਿਲਦਾ ਹੈ ਕਿ ਡਾਰਕ ਬੈਕਗਰਾਊਂਡ ਹੁੰਦੀ ਹੈ, ਉਹਦੇ ਵਿੱਚ ਕਿਤੇ ਬਰਾਈਟ ਲਾਈਨਾਂ ਹੁੰਦੀਆਂ ਨੇ, ਚਮਕਦਾਰ ਲਾਈਨਾਂ ਹੁੰਦੀਆਂ ਨੇ, ਅਤੇ ਇਹ ਲਾਈਨਾਂ ਦੀ ਇੱਕ ਫਿਕਸ ਵੇਵਲੈਂਥ ਹੁੰਦੀ ਹੈ ਅਕੋਰਡਿੰਗ ਟੂ ਦਾ ਐਟਮ। ਹਰੇਕ ਐਟਮ ਅਲੱਗ-ਅਲੱਗ ਵੇਵਲੈਂਥ ਵਾਲੀ ਰੇਡੀਏਸ਼ਨ ਛੱਡਦਾ। ਵੈਨ ਵਾਈਟ ਲਾਈਟ ਇਜ਼ ਪਾਸਡ ਥਰੂ ਦਾ ਸੇਮ ਗੈਸ, ਜਦੋਂ ਉਹ 'ਚੋਂ ਵਾਈਟ ਲਾਈਟ ਪਾਸ ਕਰਾਂਗੇ ਹੁਣ ਉਸ ਗੈਸ 'ਚੋਂ, ਹੁਣ ਆਪਣੇ ਕਰੰਟ ਨਹੀਂ ਲਗਾਉਣਾ ਹੈਗਾ, ਸਮਝੋ ਮੇਰੀ ਗੱਲ ਨੂੰ। ਹੁਣ ਆਪਾਂ ਉਸ ਵੈਪਰ 'ਚੋਂ ਜਾਂ ਗੈਸ 'ਚੋਂ ਕਰੰਟ ਨਹੀਂ ਲਗਾਉਣਾ, ਆਪਾਂ ਉਹਦੇ ਵਿੱਚੋਂ ਵਾਈਟ ਲਾਈਟ ਪਾਸ ਕਰਾਂਗੇ, ਤਾਂ ਸਾਨੂੰ ਕੀ ਮਿਲੂਗਾ, ਹੁਣ ਸਾਨੂੰ ਜਿਹੜਾ ਬਰਾਈਟ ਬੈਕਗਰਾਊਂਡ ਦੇ ਵਿੱਚ ਕੁਛ ਡਾਰਕ ਲਾਈਨਾਂ ਮਿਲਣਗੀਆਂ। ਪਹਿਲਾਂ ਤਾਂ ਡਾਰਕ ਬੈਕਗਰਾਊਂਡ 'ਤੇ ਬਰਾਈਟ ਲਾਈਨਾਂ ਸੀ, ਉਹਨੂੰ ਬੋਲਿਆ ਸੀ ਅਮਿਸ਼ਨ ਸਪੈਕਟਰਾ, ਕਿ ਇਹ ਵੇਵਲੈਂਥ ਦੀ ਲਾਈਟ ਇਸ ਗੈਸ ਨੇ ਛੱਡੀ ਹੈ, ਅਮਿਟ ਕੀਤੀ ਹੈ। ਹੁਣ ਤੁਹਾਨੂੰ ਯਾਦ ਹੋਊਗਾ, ਤੁਸੀਂ ਕੈਮਿਸਟਰੀ 'ਚ ਪੜ੍ਹਿਆ ਕਿ ਜਦੋਂ ਆਪਾਂ ਐਟਮ ਕਿਸੇ ਇਲੈਕਟ੍ਰੋਨ ਨੂੰ ਐਨਰਜੀ ਦਿੰਦੇ ਹਾਂ ਤਾਂ ਉਹ ਆਪਣੇ ਗਰਾਊਂਡ ਸਟੇਟ ਨੂੰ ਛੱਡ ਕੇ ਐਕਸਾਈਟਡ ਸਟੇਟ ਚਲਾ ਜਾਂਦਾ ਐਨਰਜੀ ਗੇਨ ਕਰਕੇ। ਠੀਕ ਹੈ, ਤਾਂ ਪਰ ਉੱਥੇ ਕੀ ਉਹ ਅਨਸਟੇਬਲ ਹੈ, ਉਹ ਸਟੇਟ ਉਹਦੀ ਅਨਸਟੇਬਲ ਹੈ, ਉੱਥੇ ਪਰਮਾਨੈਂਟਲੀ ਰਹਿ ਨਹੀਂ ਸਕਦਾ, ਉਹ ਵਾਪਸ ਆਊਗਾ। ਤਾਂ ਜਦੋਂ ਜਿੰਨੀ ਐਨਰਜੀ ਉਹਨੇ ਅਬਜ਼ੋਰਬ ਕੀਤੀ ਸੀ ਓਨੀ ਐਨਰਜੀ ਉਹ ਛੱਡ ਕੇ ਵਾਪਸ ਆਊਗਾ। ਤਾਂ ਉਹ ਜਦੋਂ ਐਨਰਜੀ ਛੱਡਦਾ ਹੈ ਤਾਂ ਛੱਡਦਾ ਕਿਸ ਫਾਰਮ 'ਚ ਹੈ, ਲਾਈਟ ਦੀ ਫਾਰਮ 'ਚ।
ठीक है, लाइट की फॉर्म च। तो यही अपन उपर किया कि अपने उन्होंने गैस के एटम के विचों जो आप करंट पास किया तो आपने उन्होंने एक्साइट करता, एनर्जी देती, तो इलैक्ट्रॉन एक्साइट करके अपर लेवल चले गए, पर उत्थे परमानेंटली रह नहीं सकते, उन्होंने वापस आना ही पैंदा। जो वापस आते हैं तो वो एनर्जी छड्ड देंदा फॉर्म ऑफ लाइट, तो वो लाइट एक खास वेवलैंथ च छड्डदे ने, दैट इज़ कॉल्ड लाइन एमिशन स्पैक्ट्रा, जिस डार्क बैकग्राउंड होंदी है तो ब्राइट लाइनां होंदियां ने। पर जेकर आप गैस के विचों वाइट लाइट पास कर दईए, ठीक है, हुण आपां नूं एनर्जी नहीं दित्ती हैगी, हुण की करनगे जिहड़े इलैक्ट्रॉन ने वो कुछ खास वेवलैंथ वाली जिहड़ी एनर्जी है उन्होंने अबजॉर्व कर लेंगे, ਜਾਂ खास कलर की लाइट ਨੂੰ अबजॉर्व कर लेंगे। तो वो की मिलूगा अपने को हुण ब्राइट बैकग्राउंड होगी, वो डार्क लाइन आउणगियां, ब्राइट बैकग्राउंड डार्क लाइनां, मतलब पूरा जो स्पैक्टर है, हुण जी वाइट लाइट है वो कई कलर तो बनी है, वो बहुत सारिया वेवलैंथ ने, वो कुछ वेवलैंथ की हो गया मिस हो गई, ब्राइट बैकग्राउंड है डार्क लाइनां ने मिस हो गई वेवलैंथ, इनू बोलांगे आप लाइन अबजॉर्प्शन स्पैक्ट्रा, मतलब क्लीयर ब्राइट बैकग्राउंड च डार्क लाइनां आउणगियां अपने को। डार्क लाइनां की शो करनगियां, मिसिंग वेवलैंथ, भी ये वेवलैंथ पहलां हैगी सी हुण है नहीं गी गैस लंघण तो बाद, मतलब वो वेवलैंथ की एनर्जी जिहड़ी हैगी है इलैक्ट्रॉन्स ने की कर ली, सोख ली। तो तुहानूं जाण के हैरानी होगी कि जेकर वो जिहड़ी वेवलैंथ की उन्होंने एनर्जी छड्डी सी, लाइट छड्डी सी, उही वेवलैंथ की लाइट नूं ही वो की करते हैं, अबजॉर्व करते हैं। मतलब जिस वेवलैंथ का साडे कोले लाइन एमिशन स्पैक्टर आया सी, जे पर करंट पास करिए तो उस वेवलैंथ की लाइट छड्डते हैं, तो जे वो वाइट लाइट पास कर दिए तो उस वेवलैंथ की लाइट नूं की करते हैं, अबजॉर्व करते हैं। दिस द फैक्ट दैट एवरी गैस और वेपर हैज़ इज ओन करैक्टरिस्टिक लाइन एमिशन एंड अबजॉर्प्शन स्पैक्ट्रा, तो हरेक एटम का एक खास पर्टिकुलर लाइन एमिशन स्पैक्टर है तो लाइन अबजॉर्प्शन स्पैक्टर हैगा। तो जो जिवें साडे फिंगरप्रिंट होंदे ने, एक तरह के एटम के फिंगरप्रिंट ने जिस तो असी एटम की करते हैं आइडेंटिफिकेशन करते हैं, तो लाइन स्पैक्ट्रा सर्व एज ए फिंगरप्रिंट ऑफ द आइडेंटिफिकेशन ऑफ गैस। तो ये साडे कोल एक स्पैक्ट्रा दिखाया गया साडे कोल हाइड्रोजन एटम का, ठीक है। तो ये तुसीं देखोगे, ध्यान नाल देखो, लिखा है लेमन सीरीज़, बालमन सीरीज़, पास्चन सीरीज़, ये तुसीं कैमिस्ट्री पढ़िया हुई ने, ये सारिया सीरीज़ तुसीं कैमिस्ट्री पढ़िया हुई ने, ठीक है। की हुंदियां ने वो आपां गल कर दिंदे आं।